ਆਸਾ ਮਹੱਲਾ ਪੰਜਵਾ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਸਰਵਨ ਸੁਣੀ ਜਾਏ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ। ਦੁਖ ਰੋਗ ਮਨ ਸਗਲੇ ਲਥਾ, ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ। ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ। ਦਿਨ ਸਰੈਣ ਹਰ ਕੀਰਤਨ ਗਾਈਐ, ਸੋ ਜਨ ਜਮ ਕੀ ਵਾਟ ਨ ਪਾਈਐ। ਆਠ ਪਹਿਰ ਜਿਸ ਵਿਸਰਹਿ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਆਠ ਪਹਿਰ ਜਿਸ ਵਿਸਰਹਿ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੱਦੀ ਤੇ ਸੁਭਾਈਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ, ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਆਪਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਜਿੱਥੇ ਪਾਵਨ ਬਾਣੀਆਂ ਦੇ ਜਾਪ ਸਰਵਣ ਕੀਤੇ, ਉੱਥੇ ਇਸੇ ਅਸਥਾਨ ਤੋਂ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਨੌਵੇਂ ਗੁਰੂ ਨਾਨਕ, ਜਿਨ੍ਹਾਂ ਦੀ ਚਰਨ ਛੋਹ ਧਰਤੀ ਪ੍ਰਾਪਤ ਹੈ, ਤਪ ਅਸਥਾਨ ਹੈ। ਗੁਰੂ ਘਰ ਦੇ ਕੀਰਤਨੀਏ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਰਵਣ ਕਰਵਾ ਕੇ ਗਏ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ। ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਗੁਰੂ ਕਿਰਪਾ ਕਰੇ, ਜਿੱਥੇ ਆਪਾਂ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਇਸ ਅਸਥਾਨ ਤੇ ਚੱਲ ਕੇ ਆਏ ਹਾਂ, ਸਰੀਰ ਕਰਕੇ ਉੱਥੇ ਆਪਾਂ ਮਨ ਬਿਰਤੀਆਂ ਨੂੰ ਵੀ ਇਕਾਗਰ ਕਰਨ ਦਾ ਯਤਨ ਕਰਨਾ ਹੈ। ਜੋ ਲੜੀਵਾਰ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ, ਆਸਾ ਰਾਗ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਗ ਨੰਬਰ 386 ਤੇ ਇਹ ਸ਼ਬਦ ਸੁਭਾਈਮਾਨ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਸ਼ਰਵਣ ਸੁਨੀਜੈ ਅੰਮ੍ਰਿਤ ਕਥਾ, ਕਿਉਂਕਿ ਇਹ ਰਹਾਉ ਦੀ ਪੰਕਤੀ ਹੈ, ਸ਼ਬਦ ਦਾ ਕੇਂਦਰੀ ਭਾਵ ਹੈ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਪਰਮਾਤਮਾ ਦਾ ਨਾਮ ਜਪਣਾ,
ਤੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇ ਰਹਿਣ ਦੀ ਹਦਾਇਤ ਕੀਤੀ ਹੈ। ਹਰ ਪ੍ਰਾਣੀ ਮਾਤਰ ਨੂੰ, ਕਿਸੇ ਇੱਕ ਇਨਸਾਨ ਦੀ ਗੱਲ ਨਹੀਂ ਹੈ, ਹਰ ਜੀਵ ਨੂੰ ਇਹ ਹਦਾਇਤ ਹੈ, ਹੁਕਮ ਹੈ ਕਿ ਪਰਮਾਤਮਾ ਨੇ ਪੈਦਾ ਕੀਤਾ ਤੇ ਜਿਸ ਮਾਲਕ ਨੇ ਤੈਨੂੰ ਸਾਜਿਆ ਹੈ, ਸਵਾਰਿਆ ਹੈ, ਜੋ ਮਾਲਕ ਤੇਰੀ ਪਾਲਣਾ ਪੋਸ਼ਣਾ ਕਰਦਾ ਹੈ, ਜੋ ਤੇਰੀ ਸੰਭਾਲ ਕਰਦਾ, ਉਸ ਮਾਲਕ ਨੂੰ ਚੇਤੇ ਦੇ ਵਿੱਚ ਰੱਖ, ਤੇਰਾ ਫਰਜ਼ ਹੈ। ਮਹਾਰਾਜ ਨੇ ਸਭ ਤੋਂ ਪਹਿਲਾਂ ਸਾਡੇ ਸਰੀਰ ਦੇ ਅੰਗਾਂ ਦੀ ਗੱਲ ਕੀਤੀ ਤੇ ਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਕੰਨਾਂ ਦੀ ਗੱਲ ਕੀਤੀ। ਗੁਰਬਾਣੀ ਦੇ ਵਿੱਚ ਇੱਕ ਇੱਕ ਅੰਗ ਨੂੰ ਸੰਬੋਧਨ ਕੀਤਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਦੋਂ ਇਤਿਹਾਸ ਆਪਾਂ ਪੜ੍ਹਾਂਗੇ, ਉਹਨਾਂ ਦੀ ਬਾਣੀ ਨੂੰ ਵਿਚਾਰਾਂਗੇ ਤੇ ਆਨੰਦ ਸਾਹਿਬ ਦੀ ਬਾਣੀ ਹਰ ਇੱਕ ਸਿੱਖ ਪੜ੍ਹਦਾ ਹੈ। ਸਵੇਰੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਹਰ ਸਿੱਖ ਆਨੰਦ ਸਾਹਿਬ ਜੀ ਦਾ ਪਾਠ ਕਰਦਾ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਉੱਥੇ ਵੀ ਜਦੋਂ ਗੱਲ ਕੀਤੀ ਤੇ ਰਸਨਾ ਦੀ ਗੱਲ ਕਰਦਿਆਂ ਹੋਇਆਂ, ਕੰਨਾਂ ਦੀ ਗੱਲ ਕਰਦਿਆਂ ਹੋਇਆਂ, ਹੱਥਾਂ ਦੀ ਗੱਲ ਕਰਦਿਆਂ ਹੋਇਆਂ ਆਖਿਆ, ਹੇ ਪ੍ਰਾਣੀ, ਹੇ ਮਨੁੱਖ, ਹੇ ਜੀਵ, ਇਹ ਜੋ ਤੈਨੂੰ ਅੰਗ ਪਰਮਾਤਮਾ ਨੇ ਦਿੱਤੇ, ਇਹ ਐਵੇਂ ਨਹੀਂ ਸਰੀਰ ਨੂੰ ਲਾ ਦਿੱਤੇ, ਇਹਦਾ ਕੋਈ ਕਾਰਨ ਹੈ। ਜੇ ਜ਼ਬਾਨ ਦਿੱਤੀ ਤੇ ਜ਼ਬਾਨ ਸਿਰਫ ਸੰਸਾਰ ਦੀ ਨੁਕਤਾਚੀਨੀ ਕਰਨ ਵਾਸਤੇ ਨਹੀਂ, ਜੇ ਤੈਨੂੰ ਰਸਨਾ ਦਿੱਤੀ ਹੈ ਤੇ ਇਹ ਕਿਸੇ ਦੀ ਬਖਤੋਈ ਕਰਨ ਵਾਸਤੇ, ਚੁਗਲੀ ਨਿੰਦਿਆ ਕਰਨ ਵਾਸਤੇ ਨਹੀਂ, ਇਹ ਸਿਰਫ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੈ। ਜੇ ਤੈਨੂੰ ਪਰਮਾਤਮਾ ਨੇ ਕੰਨ ਦਿੱਤੇ ਨਾ, ਤੇ ਇਹਨਾਂ ਕੰਨਾਂ ਦੇ ਨਾਲ ਕੀ ਕਰਨਾ ਚਾਹੀਦਾ, ਉਹ ਵੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਣ ਦਾ ਯਤਨ ਕੀਤਾ। ਸਾਹਿਬ ਕਹਿੰਦੇ, ਸ਼ਰਵਣ ਸੋ ਨੀਜੈ ਅੰਮ੍ਰਿਤ ਕਥਾ, ਹੇ ਭਾਈ, ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ, ਆਤਮਿਕ ਜੀਵਨ ਦੇਣ ਵਾਲੇ ਬੋਲ, ਉਹ ਕਥਾ ਜਿਹੜੀ ਤੇਰੇ ਜੀਵਨ ਨੂੰ ਪਵਿੱਤਰ ਕਰਦੀ ਹੈ, ਆਪਣੇ ਕੰਨਾਂ ਦੇ ਨਾਲ ਇਹਨੂੰ ਸ਼ਰਵਣ ਕਰਿਆ ਕਰ, ਸੁਣਿਆ ਕਰ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਹੁਣ ਵੇਖੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਆਖਿਆ ਭਈ ਇਹ ਕੰਨ ਜਿਹੜੇ, ਇਹਨਾਂ ਤੋਂ ਕਿਵੇਂ ਕੰਮ ਲਿਆ ਜਾਏ ਤੇ ਕਿਹੜਾ ਕੰਮ ਲਿਆ ਜਾਏ। ਅੱਜ ਸਾਨੂੰ ਇੰਨਾ ਕੰਨ ਰਸ ਹੈ, ਹਰ ਇੱਕ ਮਨੁੱਖ ਗੁਰਬਾਣੀ ਵੱਲ ਘੱਟ ਤੇ ਦੁਨਿਆਵੀ ਗੱਲਾਂ ਬਾਤਾਂ ਵੱਲ ਤੇ ਲੱਚਰ ਗੀਤਾਂ ਵੱਲ ਬਹੁਤਾ ਧਿਆਨ ਦਿੰਦਾ ਹੈ। ਅੱਜ ਨੌਜਵਾਨ ਪੀੜ੍ਹੀ ਗੁਰੂ ਘਰਾਂ ਦੇ ਵਿੱਚ ਵੇਖੋ ਤੇ ਬਹੁਤਾਤ ਦੇ ਵਿੱਚ ਤੁਹਾਨੂੰ ਅੱਧ ਖੜ ਤੇ ਜਾਂ ਬਜ਼ੁਰਗ ਬੈਠੇ ਨਜ਼ਰ ਆਉਣਗੇ। ਨੌਜਵਾਨ ਪੀੜ੍ਹੀ ਗੁਰੂ ਘਰ ਤੋਂ ਟੁੱਟਦੀ ਜਾ ਰਹੀ ਹੈ ਦਿਨੋਂ ਦਿਨ, ਕਿਉਂਕਿ ਹਰ ਨੌਜਵਾਨ ਦੇ ਹੱਥ ਦੇ ਵਿੱਚ ਇੱਕ ਮੋਬਾਈਲ ਫੋਨ ਹੈ, ਉਹਦੇ ਕੰਨਾਂ ਦੇ ਵਿੱਚ ਹੈੱਡਫੋਨ ਲੱਗੇ ਤੇ ਪਤਾ ਨਹੀਂ ਉਹ ਕੀ ਸੁਣੀ ਜਾ ਰਹੇ, ਕੀ ਗਾਈ ਜਾ ਰਹੇ। ਜਿਸ ਕਾਰਜ ਵਾਸਤੇ ਪਰਮਾਤਮਾ ਨੇ ਭੇਜਿਆ ਸੀ, ਉਸ ਕਾਰਜ ਤੋਂ ਅਸੀਂ ਸਾਰੇ ਖੁੰਝਦੇ ਜਾ ਰਹੇ ਹਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਹੇ ਪਿਆਰੇ, ਆ ਜਿਹੜੇ ਕੰਨ ਤੈਨੂੰ ਪਰਮਾਤਮਾ ਨੇ ਦਿੱਤੇ, ਯਾਦ ਰੱਖ ਇਹਨਾਂ ਕੰਨਾਂ ਦੀ ਵਰਤੋਂ ਕਿਸ ਕੰਮ ਵਾਸਤੇ ਕਰਨੀ ਹੈ। ਇੱਕ ਮੈਂ ਉਦਾਹਰਨ ਦੇ ਜਾਵਾਂ, ਜਿਵੇਂ ਆਪਾਂ ਹਰ ਮਨੁੱਖ ਜਾਣਦਾ ਹੈ, ਘਰਾਂ ਦੇ ਵਿੱਚ ਅਸੀਂ ਸਾਧਨ ਰੱਖੇ, ਗੱਡੀਆਂ ਰੱਖੀਆਂ, ਪਰ ਸਾਧ ਸੰਗਤ ਜੋ ਵੀ ਮਨੁੱਖ, ਜੋ ਪ੍ਰਾਣੀ ਇੱਕ ਗੱਡੀ ਖਰੀਦ ਕੇ ਲਿਆਉਂਦਾ ਨਾ ਕਿਸੇ ਵੀ ਕੰਪਨੀ ਤੋਂ, ਤੇ ਉਹ ਬਕਾਇਦਾ ਇਸ ਗੱਲ ਦੀ ਹਦਾਇਤ ਕਰਦੇ ਕਿ ਭਾਈ ਇਹ ਜਿਹੜੀ ਗੱਡੀ ਤੂੰ ਲੈ ਕੇ ਚੱਲਿਆ ਨਾ, ਇਹ ਭਾਵੇਂ ਤੂੰ ਪੈਸੇ ਦੇ ਦਿੱਤੇ, ਤੇਰੀ ਮਾਲਕੀ ਹੈ, ਤੂੰ ਮਾਲਕ ਬਣ ਚੁੱਕਾ,
ਪਰ ਤੈਨੂੰ ਚਲਾਉਣੀ ਪਵੇਗੀ ਤੇ ਉਹ ਸਾਡੇ ਮੁਤਾਬਕ ਹੀ ਚਲਾਉਣੀ ਪਏਗੀ, ਕਿਉਂਕਿ ਜੇ ਗੱਡੀ ਪੈਟਰੋਲ ਤੇ ਚੱਲਦੀ ਤੇ ਫਿਰ ਤੈਨੂੰ ਪੈਟਰੋਲ ਤੇ ਹੀ ਚਲਾਉਣੀ ਪਏਗੀ। ਤੂੰ ਨਹੀਂ ਇਹ ਡਿਸੀਜਨ ਲੈ ਸਕਦਾ ਕਿ ਗੱਡੀ ਮੇਰੀ ਹੈ, ਮੈਂ ਮਾਲਕ ਵਾਂ, ਇਸ ਗੱਡੀ ਨੂੰ ਮੈਂ ਭਾਵੇਂ ਪੈਟਰੋਲ ਪਾ ਕੇ ਚਲਾਵਾਂ ਤੇ ਭਾਵੇਂ ਡੀਜ਼ਲ ਪਾ ਕੇ ਚਲਾਵਾਂ ਤੇ ਭਾਵੇਂ ਪਾਣੀ ਪਾਵਾਂ, ਇਹ ਤੇ ਮੇਰੀ ਮਰਜ਼ੀ ਆ। ਪਰ ਮਨ ਮਰਜ਼ੀ ਨਹੀਂ ਕਰ ਸਕਦਾ ਤੂੰ ਬੰਦਿਆ। ਜੇ ਗੱਡੀ ਡੀਜ਼ਲ ਤੇ ਹੈ ਤੇ ਤੈਨੂੰ ਡੀਜ਼ਲ ਪਾ ਕੇ ਚਲਾਉਣੀ ਪਏਗੀ। ਉਸ ਤੋਂ ਬਾਅਦ ਜਦੋਂ ਰੋਡ ਤੇ ਚੱਲਣਾ ਤੇ ਫਿਰ ਟ੍ਰੈਫਿਕ ਰੂਲ ਦੀ ਪਾਲਣਾ ਕਰਨੀ ਪਏਗੀ। ਇਸ ਗੱਲ ਦਾ ਵੀ ਧਿਆਨ ਰੱਖਣਾ ਪਏਗਾ। ਤੂੰ ਰੋਡ ਤੇ ਚੱਲਦਿਆਂ ਵੀ ਮਨ ਮਰਜ਼ੀ ਨਹੀਂ ਕਰ ਸਕਦਾ ਬੰਦਿਆ। ਭਾਵੇਂ ਤੂੰ ਮਾਲਕ ਹੈ, ਤੇਰੀ ਆਪਣੀ ਗੱਡੀ ਆਪਣਾ ਸਾਧਨ ਹੈ, ਪਰ ਕਦੇ ਇਹ ਹੋ ਸਕਦਾ ਵੀ ਬੰਦਾ ਸਾਰੇ ਰੋਡ ਦੇ ਵਿੱਚ ਘੁਮਾਈ ਫਿਰੇ, ਕਦੀ ਸੱਜੇ ਕਦੀ ਖੱਬੇ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰੱਖਣਾ ਪਏਗਾ। ਜੇ ਖੱਬੇ ਹੱਥ ਚੱਲਣਾ ਤੇ ਖੱਬੇ ਹੀ ਚੱਲਣਾ ਪਏਗਾ। ਜਿੰਨੀ ਸਪੀਡ ਦੇ ਵਿੱਚ ਤੂੰ ਕੰਟਰੋਲ ਕਰ ਸਕਦਾ ਓਨੀ ਸਪੀਡ ਰੱਖਣੀ ਪਏਗੀ। ਨਹੀਂ ਤੇ ਯਾਦ ਰੱਖ, ਜੇ ਤੂੰ ਰੌਂਗ ਚੱਲੇਗਾ, ਗਲਤ ਚੱਲੇਗਾ ਤੇ ਤੇਰਾ ਆਪਣਾ ਵੀ ਨੁਕਸਾਨ ਹੋਵੇਗਾ ਤੇ ਗੱਡੀ ਵੀ ਨੁਕਸਾਨੀ ਜਾਏਗੀ। ਇਸੇ ਤਰ੍ਹਾਂ ਸਾਨੂੰ ਪਰਮਾਤਮਾ ਨੇ ਇਹ ਜਿਹੜਾ ਸਰੀਰ ਦਿੱਤਾ ਨਾ, ਇਹ ਇੱਕ ਗੱਡੀ ਦੀ ਨਿਆਈ ਹੈ। ਇਹਦੇ ਤੇ ਮਾਲਕੀ ਭਾਵੇਂ ਸਾਡੀ, ਅਸੀਂ ਇਹਦੇ ਤੇ ਕਬਜ਼ਾ ਕਰਕੇ ਬੈਠੇ ਆ, ਪਰ ਮਾਲਕ ਨੇ ਆਖਿਆ ਭਲਿਆ ਸਰੀਰ ਤੇ ਭਾਵੇਂ ਤੇਰਾ, ਪਰ ਇੱਕ ਗੱਲ ਦਾ ਧਿਆਨ ਰੱਖੀ, ਇਹਨੂੰ ਚਲਾਉਣਾ ਮੇਰੇ ਮੁਤਾਬਕ ਪਏਗਾ। ਤੂੰ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ। ਜਦੋਂ ਬੰਦਾ ਆਪਣੀ ਮਨ ਮਰਜ਼ੀ ਕਰੇਗਾ, ਸੱਚ ਕਰਕੇ ਜਾਣਿਓ, ਉਦੋਂ ਬੰਦਾ ਫਸ ਜਾਏਗਾ ਤੇ ਉਦੋਂ ਬੰਦਾ ਪਰਮਾਤਮਾ ਤੋਂ ਦੂਰ ਹੋ ਜਾਏਗਾ। ਅਸੀਂ ਆਪਣੀ ਮਨ ਮਰਜ਼ੀ ਕੀ ਕੀਤੀ? ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ ਤੇ ਵੇਖਣ ਦੀ ਜਾਚ ਵੀ ਗੁਰਬਾਣੀ ਦੇ ਵਿੱਚ ਦੱਸੀ। ਆਖਿਆ ਇੱਕ ਗੱਲ ਦਾ ਧਿਆਨ ਰੱਖੀ, ਪੜ੍ਹ ਤ੍ਰੈ ਰੂਪ ਨਾ ਪੇਖੇ ਨੇਤਰ। ਆਖਿਆ ਪਰਾਇਆ ਰੂਪ ਵੇਖਣ ਲੱਗਿਆਂ ਧਿਆਨ ਰੱਖੀ, ਇਹ ਅੱਖਾਂ ਤੈਨੂੰ ਕਿਉਂ ਦਿੱਤੀਆਂ ਬੰਦਿਆ? ਪਰ ਇਸ ਅੱਖਾਂ ਦਾ ਜਦੋਂ ਗਲਤ ਇਸਤੇਮਾਲ ਕੀਤਾ ਤੇ ਭਾਵ ਆਪਣੀ ਮਨ ਮਰਜ਼ੀ ਕੀਤੀ ਬੰਦੇ ਨੇ, ਜਦੋਂ ਆਪਣੀ ਮਨ ਮਰਜ਼ੀ ਕੀਤੀ ਤੇ ਇਸ ਸਰੀਰ ਦੇ ਵਿੱਚ, ਇਸ ਸਰੀਰ ਰੂਪੀ ਗੱਡੀ ਦੇ ਵਿੱਚ ਫਾਲਟ ਪਏਗਾ, ਗਿਰਾਵਟ ਆਏਗੀ। ਜਦੋਂ ਤਨ ਗੁਰੂ ਦੇ ਮੁਤਾਬਕ ਨਾ ਵਰਤੇ ਤੇ ਤਾਂ ਵੀ ਮੁਸ਼ਕਲ ਆਈ। ਜਦੋਂ ਹੱਥ ਗੁਰੂ ਦੇ ਦੱਸੇ ਮੁਤਾਬਕ ਨਾ ਚੱਲੇ ਤੇ ਤਾਂ ਵੀ ਮੁਸ਼ਕਲ ਆਈ, ਕਿਉਂਕਿ ਗੱਡੀ ਉਸ ਪਰਮਾਤਮਾ ਨੇ ਦਿੱਤੀ ਸੀ। ਚੱਲਣਾ ਕਿਹੜੇ ਪਾਸੇ ਸੀ ਤੇ ਮਨੁੱਖ ਚੱਲ ਕੇ ਕਿਹੜੇ ਪਾਸੇ ਪਿਆ, ਇਸ ਕਰਕੇ ਮੁਸ਼ਕਲ ਆਈ। ਤਾਂ ਗੁਰੂ ਪਾਤਸ਼ਾਹ ਨੇ ਸਾਨੂੰ ਕੱਲੀ ਕੱਲੀ ਗੱਲ ਗੁਰਬਾਣੀ ਦੇ ਵਿੱਚ ਸਮਝਾ ਦਿੱਤੀ। ਆਖਿਆ ਬੰਦਿਆ ਇਸ ਗੱਲ ਦਾ ਧਿਆਨ ਰੱਖ, ਤੂੰ ਇੱਥੇ ਬਰਿਆਈਆਂ ਇਕੱਠੀਆਂ ਕਰੀ ਜਾ ਰਿਹਾ, ਔਗਣ ਇਕੱਠੇ ਕਰੀ ਜਾ ਰਿਹਾ। ਇਸ ਕਰਕੇ ਜਿਹੜੇ ਗੁਣ ਉਹ ਇਸ ਸਰੀਰ ਦੇ ਵਿੱਚੋਂ ਨਿਕਲਦੇ ਜਾ ਰਹੇ ਤੇ ਜਿਵੇਂ ਜਿਵੇਂ ਔਗਣ ਵੱਧਦੇ ਜਾ ਰਹੇ, ਇਹ ਜਿਹੜਾ ਸਰੀਰ ਇਹ ਬਿਲਕੁਲ ਖੀਣ ਹੁੰਦਾ ਜਾ ਰਿਹਾ। ਇਹਦੇ ਅੰਦਰ ਇੰਨੀਆਂ ਬੁਰਾਈਆਂ ਭਰਦੀਆਂ ਜਾ ਰਹੀਆਂ ਕਿ ਇਹ ਨਰਕਾਂ ਦਾ ਅਧਿਕਾਰੀ ਬਣਦਾ ਜਾਏਗਾ। ਤਾਂ ਹੀ ਤੇ ਮਹਾਰਾਜ ਨੇ ਸਾਨੂੰ ਆਖਿਆ ਵੀ ਜਦੋਂ ਵੀ ਤੂੰ ਗੁਰੂ ਘਰ ਦੇ ਵਿੱਚ ਆਏ, ਇਸ ਗੱਲ ਦਾ ਧਿਆਨ ਰੱਖੀ ਕਿ ਇਸ ਗੁਰੂ ਘਰ ਦੇ ਵਿੱਚੋਂ ਤੂੰ ਸਿਰਫ ਗੁਣ ਇਕੱਤਰ ਕਰਨ ਵਾਸਤੇ ਆਉਣਾ, ਔਗਣ ਇਕੱਠੇ ਕਰਨ ਵਾਸਤੇ ਨਹੀਂ ਆਉਣਾ। ਕਿਉਂਕਿ ਅਸੀਂ ਸਾਰੇ ਹੀ ਗੁਣਾਂ ਨੂੰ ਪ੍ਰਾਪਤ ਕਰਨ ਵਾਸਤੇ ਆਉਨੇ ਆ ਤੇ ਸਹਿਜੇ ਸਹਿਜੇ ਮਨੁੱਖ ਗੁਣ ਇਕੱਤਰ ਕਰਦਾ ਤੇ ਔਗਣਾਂ ਨੂੰ ਛੱਡ ਜਾਂਦਾ ਹੈ। ਕਿਉਂਕਿ ਮਕਸਦ ਹੀ ਇਹੋ ਆ ਗੁਰੂ ਘਰ ਦੇ ਵਿੱਚ ਆਉਣ ਦਾ, ਔਗਣ ਚਲੇ ਜਾਣ ਤੇ ਗੁਣ ਪ੍ਰਾਪਤ ਹੋ ਜਾਣ। ਗੁਰੂ ਨੇ ਕਿਰਪਾ ਕੀਤੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸਰਵਣ ਸੁਣੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਆਨੰਦਾ। ਮਹਾਰਾਜ ਕਹਿੰਦੇ ਜਿਸ ਕਥਾ ਦੇ ਸਰਵਣ ਕਰਨ ਦੇ ਨਾਲ, ਜਿਸ ਪਾਠ ਨੂੰ ਸੁਣਨ ਦੇ ਨਾਲ, ਜਿਸ ਸਿਫਤ ਸਲਾਹ ਨੂੰ ਸਰਵਣ ਕਰਨ ਦੇ ਨਾਲ ਭਲਿਆ ਤੇਰੇ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਏਗਾ
ਤੈਨੂੰ ਅੰਤਰ ਆਤਮੇ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ। ਭਾਵ ਜਿਸ ਵੇਲੇ ਆਤਮਿਕ ਆਨੰਦ ਮਿਲੇਗਾ ਫਿਰ ਦੁੱਖ ਦੂਰ, ਰੋਗ ਮਨ ਸਗਲੇ। ਮਹਾਰਾਜ ਕਹਿੰਦੇ ਦੁੱਖ ਤੇ ਰੋਗ ਮਨ ਦੇ ਸਾਰੇ ਲੱਥ ਜਾਣਗੇ, ਫਿਰ ਅੰਦਰ ਦੇ ਰੋਗ ਨਹੀਂ ਰਹਿਣਗੇ। ਹੁਣ ਬੰਦੇ ਨੂੰ ਇੱਕ ਤੇ ਸਰੀਰਕ ਰੋਗ, ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦਾ ਕਾਰਨ ਹੈ ਕਿ ਸਾਡਾ ਖਾਣ ਪਾਨ ਇਹੋ ਜਿਹਾ ਹੋ ਗਿਆ, ਜੋ ਦਿਲ ਕਰਦਾ ਇਸ ਸਰੀਰ ਦੇ ਵਿੱਚ ਸੁੱਟੀ ਜਾ ਰਹੇ ਹਾਂ। ਸਰੀਰਕ ਬਿਮਾਰੀਆਂ ਤੇ ਦੂਸਰੀਆਂ ਮਾਨਸਿਕ ਬਿਮਾਰੀਆਂ, ਮਨ ਦੇ ਰੋਗ। ਗੁਰੂ ਪਾਤਸ਼ਾਹ ਜੀ ਨੇ ਆਖਿਆ ਯਤਨ ਕਰ, ਜੇ ਕਿਤੇ ਤੂੰ ਇਸ ਖੁਰਾਕ ਨੂੰ ਖਾਣ ਲੱਗ ਪਏਗਾ ਨਾ। ਇੱਕ ਸ਼ਬਦ ਆਪ ਜੀ ਸਰਵਣ ਕਰਦੇ ਹੋ, ਜਦੋਂ ਵੀ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਨਾ ਤੇ ਬਕਾਇਦਾ ਕਈ ਵਾਰੀ ਗੁਰੂ ਘਰ ਦੇ ਕੀਰਤਨੀਏ ਸ਼ਬਦ ਪੜ੍ਹਦੇ ਆ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਉਹਦੇ ਚ ਇੱਕ ਪੰਕਤੀ ਆਉਂਦੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਤ ਆਨੰਦਾ ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਵਿਆਪੇ ਚਿੰਤਾ। ਗੁਰੂ ਪਾਤਸ਼ਾਹ ਜੀ ਨੇ ਆਖਿਆ ਜਿਸ ਵੇਲੇ ਤੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਪੀਂਦਾ ਰਹੇਗਾ, ਤੈਨੂੰ ਆਤਮਿਕ ਜੀਵਨ ਮਿਲਿਆ ਰਹੇਗਾ। ਭਲਿਆ ਜਾਸ ਸੁਨੀ ਮਨ ਹੋਏ ਆਨੰਦਾ, ਦੁੱਖ ਰੋਗ ਮਨ ਸਗਲੇ ਲਥਾ। ਸਾਹਿਬ ਕਹਿੰਦੇ ਫਿਰ ਮਨ ਦਾ ਜਿਹੜਾ ਰੋਗ ਹੈ ਇਹ ਖਤਮ ਹੋ ਜਾਏਗਾ, ਮਾਨਸਿਕ ਰੋਗਾਂ ਤੋਂ ਬਚ ਜਾਏਗਾ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਪਰਮਾਤਮਾ ਨੂੰ ਜਪਣ ਵਾਸਤੇ ਕੋਈ ਸਮਾਂ ਨਿਯਤ ਨਹੀਂ ਗੁਰੂ ਪਾਤਸ਼ਾਹ ਜੀ ਨੇ ਕੀਤਾ। ਇਹ ਨਹੀਂ ਆਖਿਆ ਕੋਈ ਖਾਸ ਸਮੇਂ ਤੇ ਹੀ ਪਰਮਾਤਮਾ ਦਾ ਨਾਮ ਜਪਿਆ ਜਾਏਗਾ, ਜਾਂ ਕੋਈ ਦਿਨ ਗੁਰੂ ਪਾਤਸ਼ਾਹ ਜੀ ਨੇ ਮੁਕਰਰ ਕੀਤਾ ਹੈ ਕਿ ਇਸ ਦਿਨ ਹੀ ਪਰਮਾਤਮਾ ਦਾ ਨਾਮ ਲੈਣਾ ਹੈ। ਮਹਾਰਾਜ ਕਹਿੰਦੇ ਯਾਦ ਰੱਖੀ ਭਲਿਆ, ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ, ਜਦੋਂ ਤੂੰ ਰਸਤੇ ਦੇ ਵਿੱਚ ਵੀ ਚੱਲ ਰਿਹਾ ਨਾ ਤੇ ਸਾਹ ਤੇ ਇਹ ਬਤੀਤ ਹੁੰਦੀ ਜਾ ਰਹੇ ਸਵਾਸ, ਇਹ ਨਹੀਂ ਕਦੇ ਰੁਕਦੇ। ਇੱਕ ਬੇਨਤੀ ਕਰਾਂ, ਸਮਾਂ ਬਹੁਤ ਬਲਵਾਨ ਹੈ। ਅਸੀਂ ਸੌਂ ਜਾਂਦੇ ਹਾਂ ਤੇ ਸਮਾਂ ਤਾਂ ਵੀ ਚੱਲਦਾ ਰਹਿੰਦਾ ਹੈ। ਗੁਰੂ ਪਾਤਸ਼ਾਹ ਜੀ ਨੇ ਆਖਿਆ ਸਮਾਂ ਬੜੀ ਤੇਜ਼ੀ ਦੇ ਨਾਲ ਗੁਜ਼ਰ ਰਿਹਾ, ਪਰ ਤੂੰ ਬਹੁਤ ਅਵੇਸਲਾ ਹੋ ਚੁੱਕਾ। ਸਮਾਂ ਕਦੇ ਅਵੇਸਲਾ ਨਹੀਂ ਹੁੰਦਾ, ਸਮਾਂ ਕਦੇ ਰੁਕਦਾ ਨਹੀਂ, ਪਰ ਬੰਦਾ ਰੁਕ ਜਾਂਦਾ ਹੈ, ਸੌਂ ਜਾਂਦਾ ਹੈ। ਮਹਾਰਾਜ ਕਹਿੰਦੇ ਕਦੇ ਵੀ ਇਸ ਵੇਲੇ ਨੂੰ ਖਜਾਈ ਨਾ, ਇਸ ਗੱਲ ਦਾ ਧਿਆਨ ਰੱਖੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਗ੍ਰਸਤੀ ਸਿੱਖ ਹੋਵੇ, ਗ੍ਰਸਤੀ ਮਨੁੱਖ ਹੋਵੇ ਤੇ ਦੱਸੋ ਕਿਵੇਂ ਉਹ 24 ਘੰਟੇ ਪਰਮਾਤਮਾ ਦਾ ਨਾਮ ਜਪਦਾ ਰਹੇਗਾ। ਮਹਾਰਾਜ ਕਹਿਣ ਲੱਗੇ ਵੇਖ ਭਲਿਆ, ਇਸ ਗੱਲ ਦਾ ਧਿਆਨ ਰੱਖੋ, ਕਿਉਂਕਿ ਮਨੁੱਖ ਕੰਮ ਕਾਜ ਕਰਦਾ ਹੈ ਤੇ ਜਿਹੜਾ ਮਨੁੱਖ ਇਮਾਨਦਾਰੀ ਦੇ ਨਾਲ ਕਿਰਤ ਕਰ ਰਿਹਾ, ਇਮਾਨਦਾਰੀ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰ ਰਿਹਾ, ਇਮਾਨਦਾਰੀ ਦਾ ਇਨਸਾਨੀਅਤ ਦਾ ਪੱਲਾ ਨਹੀਂ ਛੱਡਦਾ, ਜਿਹੜਾ ਕਿਸੇ ਦਾ ਹੱਕ ਨਹੀਂ ਮਾਰਦਾ, ਉਹ ਮਨੁੱਖ ਹਮੇਸ਼ਾ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਤੇ ਇਸ ਗੱਲ ਦਾ ਧਿਆਨ ਰੱਖਣਾ, ਕਿਉਂਕਿ ਅੰਤਰ ਆਤਮੇ ਪਰਮਾਤਮਾ ਦੀ ਕਦੇ ਯਾਦ ਨਾ ਵਿਸਰੇ। ਜਿਸ ਵੇਲੇ ਅੰਮ੍ਰਿਤਸਰ ਸ਼ਹਿਰ ਗੁਰੂ ਪਾਤਸ਼ਾਹ ਜੀ ਨੇ ਵਸਾਇਆ ਤੇ ਉਸ ਵੇਲੇ 52 ਕਿੱਤਿਆਂ ਦੇ ਵਪਾਰੀ ਲਿਆਣ ਕੇ ਅੰਮ੍ਰਿਤਸਰ ਸਾਹਿਬ ਵਸਾਏ ਸਨ ਤੇ ਉਹ ਸਾਰੇ ਵਪਾਰੀਆਂ ਨੂੰ ਹਦਾਇਤ ਕੀਤੀ, ਆਖਿਆ ਜਦੋਂ ਵੀ ਤੁਸੀਂ ਸਵੇਰੇ ਇਸ ਬਾਜ਼ਾਰ ਨੂੰ ਖੋਲੋ, ਦੁਕਾਨਾਂ ਖੋਲੋ, ਕੰਮ ਕਾਜ ਤੇ ਜਾਓ
ਤੇ ਇੱਕ ਗੱਲ ਦਾ ਧਿਆਨ ਰੱਖਣਾ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਮੱਥਾ ਟੇਕ ਕੇ ਗੁਰਬਾਣੀ ਪੜ੍ਹ ਕੇ ਸੁਣ ਕੇ ਫੇਰ ਆਪਣੇ ਕਾਰਜ ਦੀ ਸ਼ੁਰੂਆਤ ਕਰਨੀ ਹੈ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਜਦੋਂ ਵੀ ਅੰਮ੍ਰਿਤ ਵੇਲੇ ਉੱਠਣਾ, ਸਵੇਰ ਵੇਲੇ ਆਉਣਾ, ਗੁਰੂ ਚਰਨਾਂ ਦੇ ਵਿੱਚ ਜੁੜਨਾ, ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਨਾ, ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ। ਪਰ ਸਹਿਜੇ ਸਹਿਜੇ ਇਹ ਰੁਟੀਨ ਟੁੱਟਦੀ ਗਈ। ਜਦੋਂ ਅਗਲੀ ਪੀੜ੍ਹੀ ਆਈ ਤੇ ਸਮਾਂ ਆਇਆ, ਉਹ ਅਵੇਸਲੇ ਹੋ ਗਏ। ਕਦੇ ਉਹਨਾਂ ਨੇ ਆਉਣਾ, ਕਦੇ ਆਉਣਾ ਨਾ। ਤੇ ਇੱਕ ਦਿਨ ਫੇਰ ਆਏ, ਕਹਿਣ ਲੱਗੇ ਪਾਤਸ਼ਾਹ ਕਾਰੋਬਾਰ ਨਹੀਂ ਚੱਲ ਰਿਹਾ, ਬੜੀ ਮੁਸ਼ਕਲ ਆ ਰਹੀ ਹੈ। ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਵੇਖੋ, ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ, ਸਾਹਿਬਾਂ ਨੇ ਹਦਾਇਤ ਕੀਤੀ ਸੀ ਕਿ ਪਹਿਲਾਂ ਸਵੇਰੇ ਹਾਜ਼ਰੀ ਭਰਨੀ, ਸ਼ਾਮ ਨੂੰ ਹਾਜ਼ਰੀ ਭਰ ਕੇ ਜਾਣਾ। ਪਰ ਤੁਸੀਂ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਰਹਿ ਕੇ ਉਕਤਾਈ ਕਰ ਰਹੇ ਹੋ ਤੇ ਅਵੇਸਲਾਪਨ ਹੈ। ਅੱਜ ਤੋਂ ਇਹ ਰੁਟੀਨ ਬਣਾਓ ਕਿ ਕਦੇ ਵੀ ਗਏ ਹਾਜ਼ਰ ਨਹੀਂ ਹੋਵੋਗੇ। ਤੇ ਉਸ ਦਿਨ ਤੋਂ ਉਹਨਾਂ ਵਪਾਰੀਆਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਕਾਰੋਬਾਰ ਠੱਪ ਹੁੰਦੇ ਜਾ ਰਹੇ, ਤੁਸੀਂ ਰਹਿਮਤ ਕਰੋ, ਸਾਨੂੰ ਹਿੰਮਤ ਬਖਸ਼ੋ, ਉਦਮ ਬਖਸ਼ੋ ਤੇ ਅਸੀਂ ਡੇਲੀ ਰੋਜ਼ਾਨਾ ਹਾਜ਼ਰੀ ਭਰਦੇ ਰਹੀਏ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਵੇਖੀ ਭਲਿਆ, ਇਹ ਸਮਾਂ ਕਿਤੇ ਖੁੰਝ ਨਾ ਜਾਏ, ਬੜੇ ਕੀਮਤੀ ਸਵਾਸ ਹਨ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ ਸਵਾਸਾਂ ਦੀ ਬਹੁਤ ਵੱਡੀ ਕੀਮਤ ਹੈ। ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਕੀ ਕੀਮਤ ਆ ਇਹਨਾਂ ਸਾਵਾਂ ਦੀ, ਤੇ ਮਹਾਰਾਜ ਕਹਿੰਦੇ ਕੋਈ ਜਨ ਹਾਰ ਸਿਉ ਦੇਵੈ ਜੋਰ, ਚਰਨ ਗਾਹੂ ਬਪੂ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਮਹਾਰਾਜ ਕਹਿੰਦੇ ਜੇ ਕੋਈ ਪਰਮਾਤਮਾ ਦੇ ਨਾਲ ਜੋੜ ਦੇ ਨਾ ਤੇ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਦੇਣ ਲਈ ਤਿਆਰ ਹਾਂ। ਇੱਕ ਗੱਲ ਦਾ ਧਿਆਨ ਰੱਖਿਓ, ਜ਼ਿੰਦਗੀ ਦੇ ਵਿੱਚ ਸਾਰੀ ਪੂੰਜੀ ਮਨੁੱਖ ਆਪਣੇ ਕਾਰੋਬਾਰ ਤੇ ਆਪਣੀ ਕੰਮ ਕਾਜ ਦਾ ਜਿੰਨਾ ਵੀ ਪੈਸਾ ਧਨ ਦੌਲਤ ਕਮਾਉਂਦਾ, ਉਹ ਮਨੁੱਖ ਚੰਗੀ ਗੱਡੀ ਖਰੀਦਦਾ, ਵਧੀਆ ਘਰ ਬਣਾਉਂਦਾ ਹੈ। ਪਰ ਜੇ ਕਿਤੇ ਐਸਾ ਸਮਾਂ ਬਣ ਜਾਏ ਨਾ, ਡਾਕਟਰ ਕਹਿ ਦੇ ਕਿ ਇਹਦਾ ਬਚਾਅ ਕੋਈ ਨਹੀਂ, ਜਵਾਬ ਦੇ ਦੇ, ਤੇ ਬੰਦਾ ਇੱਕੋ ਹੀ ਗੱਲ ਸੋਚਦਾ ਭਈ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਪੂੰਜੀ ਭਾਵੇਂ ਚਲੀ ਜਾਏ, ਮੇਰਾ ਘਰ ਵਿਕ ਜਾਏ, ਕੋਠੀ ਵਿਕ ਜਾਏ, ਕਾਰ ਚਲੀ ਜਾਏ, ਪਰ ਮੇਰੇ ਪ੍ਰਾਣ ਬਚ ਜਾਣ, ਕਿਉਂਕਿ ਪ੍ਰਾਣਾਂ ਦੀ ਕੀਮਤ ਇੰਨੀ ਹੈ। ਗੁਰੂ ਪਾਤਸ਼ਾਹ ਕਹਿੰਦੇ ਇੱਕ ਸਾਹ ਨਿਕਲ ਜਾਏ ਤੇ ਪ੍ਰਾਣ ਖਤਮ ਹੋ ਜਾਂਦੇ ਆ। ਇਸ ਕਰਕੇ ਇਹਨਾਂ ਸਾਹਾਂ ਦੀ ਕੀ ਕੀਮਤ ਭਲਿਆ, ਇਸ ਗੱਲ ਦਾ ਧਿਆਨ ਰੱਖ। ਉੱਠਦਿਆਂ ਬੈਠਦਿਆਂ ਸੋਵਦਿਆਂ ਤੇ ਇਸ ਪਰਮਾਤਮਾ ਨੂੰ ਇਸ ਤਰ੍ਹਾਂ ਯਾਦ ਕਰ, ਮਾਰਗ ਚਲਤ ਹਰੇ ਹਰ ਗਾਈਏ। ਭਾਵ ਜੇ ਤੂੰ ਰਸਤੇ ਦੇ ਵਿੱਚ ਚੱਲ ਵੀ ਰਿਹਾ ਨਾ, ਮੈਂ ਕਈ ਵਾਰੀ ਐਸੇ ਬਜ਼ੁਰਗ ਵੇਖੇ, ਬਾਪੂ ਸਰਜੀਤ ਸਿੰਘ ਜੀ ਜ਼ਖਮੀ ਹੋਏ, ਬਹੁਤ ਨਾਮਵਰ ਕਥਾਵਾਚਕ ਸੀ, 82-83 ਸਾਲ ਦੀ ਉਮਰ ਦੇ ਵਿੱਚ ਉਹ ਚਲਾਣਾ ਕਰ ਗਏ ਅਮਰੀਕਾ ਦੀ ਧਰਤੀ ਦੇ ਉੱਤੇ, ਕਿਉਂਕਿ ਪੰਥ ਪ੍ਰਸਿੱਧ ਵਿਦਵਾਨ ਸਨ। ਦਾਸ ਨੇ ਉਹਨਾਂ ਦੀ ਸੰਗਤ ਕੀਤੀ ਤੇ ਇੱਕ ਦਿਨ ਬਜ਼ੁਰਗ ਅਵਸਥਾ ਦੇ ਵਿੱਚ ਮੇਰੇ ਨਾਲ ਉਹਨਾਂ ਥੋੜਾ ਜਿਹਾ ਸਫ਼ਰ ਕੀਤਾ। ਹਿਕਸਵਿਲ ਦੇ ਵਿੱਚ ਇਕੱਠੇ ਹੀ ਸਾਂ ਅਸੀਂ ਅਮਰੀਕਾ, ਤੇ ਉਹ ਮੈਨੂੰ ਇੱਕ ਸ਼ੌਪ ਦੇ ਉੱਤੇ ਲੈ ਕੇ ਉਹਨਾਂ ਨੇ ਜਾਣਾ ਸੀ, ਕਿਉਂਕਿ ਮੈਨੂੰ ਪਤਾ ਨਹੀਂ ਸੀ। ਤੇ ਕਹਿਣ ਲੱਗੇ ਚਲੋ ਮੈਂ ਦੱਸ ਕੇ ਆਵਾਂਗਾ। ਰਸਤੇ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹੋਏ ਜਾ ਰਹੇ ਸਾਂ, ਤੇ ਜਦੋਂ ਵਾਪਸ ਪਰਤੇ ਉਹ ਮੈਨੂੰ ਕਹਿਣ ਲੱਗੇ ਹੁਣ ਤੁਸੀਂ ਮੇਰੇ ਨਾਲ ਕੋਈ ਦੁਨਿਆਵੀ ਗੱਲ ਨਹੀਂ ਕਰਨੀ। ਮੈਂ ਪੁੱਛਿਆ ਵੀ ਕਿਉਂ? ਕਹਿਣ ਲੱਗੇ ਮੈਂ ਸ਼ੌਪ ਤੇ ਜਾਂਦਿਆਂ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਸੀ ਤੇ ਤੁਸੀਂ ਉਹ ਮੇਰਾ ਮਿਸ ਕਰਾ ਦਿੱਤਾ। ਇੱਕ ਪਾਠ ਮੇਰਾ ਜਿਹੜਾ ਉਹ ਖੁੱਸ ਗਿਆ ਹੈ, ਪਰ ਹੁਣ ਵਾਪਸ ਆਉਂਦਿਆਂ ਗੱਲਬਾਤ ਨਹੀਂ ਕੋਈ ਕਰਨੀ, ਜੋ ਪੁੱਛਣਾ ਮੈਨੂੰ ਹੁਣੇ ਹੀ ਪੁੱਛ ਲਵੋ, ਕਿਉਂਕਿ ਮੈਂ ਜਾਂਦਿਆਂ ਇੱਕ ਪਾਠ ਕਰਨਾ, ਕੋਈ 5 ਮਿੰਟ ਦਾ ਰਸਤਾ ਸੀ। ਤੇ ਆਉਂਦਿਆਂ ਹੋਇਆਂ ਉਹਨਾਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ। ਕਹਿਣ ਲੱਗੇ ਮੈਂ ਹੁਣ ਸਮਾਂ ਕਦੇ ਖੰਝਾਇਆ ਨਹੀਂ,
ਭਾਵੇਂ ਮੈਂ ਪੈਦਲ ਚੱਲਦਾ ਹੋਇਆ ਸੈਰ ਕਰ ਰਿਹਾ ਹੋਵਾਂ, ਭਾਵੇਂ ਮੈਂ ਕੋਈ ਕੰਮ ਕਰ ਰਿਹਾ ਹੋਵਾਂ, ਪਰ ਮੈਂ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਨ ਨੂੰ ਹੀ ਚੰਗਾ ਸਮਝਦਾ। ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਕਿ ਆ ਸਾਡੀ ਭਾਵਨਾ ਐਸੀ ਬਣੀ ਹੁੰਦੀ ਆ ਕਿ ਜਦੋਂ ਵੀ ਗ੍ਰੰਥੀ ਸਿੰਘ, ਰਾਗੀ ਸਿੰਘ ਕੀਰਤਨ ਕਰ ਲੈਣ ਜਾਂ ਪਾਠ ਕਰ ਲੈਣ ਤੇ ਕਮਰਿਆਂ 'ਚ ਜਾ ਕੇ ਸੌਂ ਜਾਂਦੇ, ਪਰ ਮੈਂ ਇਹੋ ਜਿਹੇ ਗੁਰਮੁਖ ਪਿਆਰੇ ਵੇਖੇ, ਮੈਂ ਉਹਨਾਂ ਦਾ ਜੀਵਨ ਵੇਖਿਆ। ਉਹ ਜਦੋਂ ਵੀ ਮੈਂ ਕਿਤੇ ਕਮਰਾ ਖੜਕਾਇਆ ਤੇ ਬਜ਼ੁਰਗ ਅਵਸਥਾ ਦੇ ਵਿੱਚ ਉਹ ਬਹੁਤ ਘੱਟ ਸੌਂਦੇ ਸਨ ਤੇ ਜਾਗਦਿਆਂ ਉਹਨਾਂ ਨੇ ਲਿਖਦੇ ਰਹਿਣਾ। ਉਹ ਕਈ ਕਿਤਾਬਾਂ ਲਿਖ ਕੇ ਗਏ, ਇੱਕ ਗ੍ਰੰਥ ਉਹ ਲਿਖ ਰਹੇ ਸਨ। ਬੜੀ ਹੈਰਾਨੀ ਦੀ ਗੱਲ ਹੈ ਸਾਧ ਸੰਗਤ, ਭਾਵੇਂ ਬਜ਼ੁਰਗ ਅਵਸਥਾ ਹੋਵੇ ਤੇ ਭਾਵੇਂ ਜਵਾਨੀ, ਪਰ ਜਦੋਂ ਸਾਨੂੰ ਇਸ ਸਮੇਂ ਦੀ ਸੰਭਾਲ ਕਰਨੀ ਆ ਜਾਏ ਨਾ, ਸਾਨੂੰ ਸਵਾਸਾਂ ਨੂੰ ਸੰਭਾਲਣਾ ਆ ਜਾਏ, ਜਾਗ ਆ ਜਾਏ, ਸੱਚ ਕਰਕੇ ਜਾਣਿਓ ਬੰਦਾ ਤੜਫਦਾ ਤੇ ਕਦੇ ਇਸ ਵੇਲੇ ਨੂੰ ਖਿਜਾਉਂਦਾ ਨਹੀਂ। ਜਿਨ੍ਹਾਂ ਦੀ ਰੁਟੀਨ ਬਣੀ ਆ ਨਾ ਸਵੇਰੇ ਆਉਣ ਦੀ, ਜੇ ਕਿਤੇ ਉਹ ਥੋੜਾ ਜਿਹਾ ਵੀ ਲੇਟ ਹੋ ਜਾਣ ਤੇ ਉਹਨਾਂ ਦੇ ਅੰਦਰ ਚੇਤਨ ਵੀ ਲੱਗ ਜਾਂਦੀ ਆ ਵੀ ਛੇਤੀ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਜਾਣਾ ਸੀ। ਸਾਡਾ ਕੀਰਤਨ ਦਾ ਸਮਾਂ ਨਾ ਲੰਘ ਜਾਏ, ਸਾਡਾ ਨਿਤਨੇਮ ਦਾ ਸਮਾਂ ਨਾ ਲੰਘ ਜਾਏ, ਸਾਡਾ ਆਸਾ ਕੀ ਵਾਰ ਦਾ ਸਮਾਂ ਨਾ ਕਿਤੇ ਖੁੰਝ ਜਾਏ। ਜਿਨ੍ਹਾਂ ਦੇ ਅੰਦਰ ਪਰਮਾਤਮਾ ਨੇ ਇੱਕ ਚਿਣ ਗਲਾ ਦਿੱਤੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਆਖਿਆ, ਭਲਿਆ ਭਾਵੇਂ ਤੂੰ ਬੱਸ ਦਾ ਸਫ਼ਰ ਕਰਦਾ ਹੋਵੇਂ, ਧਿਆਨ ਰੱਖੀ ਜਿੱਥੇ ਤੂੰ ਲੱਚਰ ਗੀਤ ਸੁਣਨੇ, ਜੇ ਤੂੰ ਪਾਠ ਪੜ੍ਹ ਨਹੀਂ ਨਾ ਸਕਦਾ ਤੇ ਅੱਜ ਅਸੀਂ ਇਹਨਾਂ ਮੋਬਾਈਲਾਂ ਤੋਂ ਕਈ ਤਰ੍ਹਾਂ ਦੇ ਕੰਮ ਲੈ ਸਕਦੇ ਹਾਂ। ਇਹਦੇ ਨਾਲ ਇਹ ਨਹੀਂ ਵੀ ਇਹ ਗਲਤ ਇਸਤੇਮਾਲ ਕੀਤਾ ਜਾ ਸਕਦਾ, ਇਹਦੇ 'ਚ ਬਹੁਤ ਕੁਛ ਹੈ। ਜੇ ਮਨੁੱਖ ਸਿੱਖਣ ਦੀ ਭਾਵਨਾ ਵਾਲਾ ਹੋਵੇ ਨਾ ਤੇ ਇੱਕ ਅਨਪੜ੍ਹ ਆਦਮੀ ਵੀ ਯਤਨ ਕਰ ਸਕਦਾ ਹੈ। ਚੱਲਦਾ ਹੋਇਆ ਜਪਜੀ ਸਾਹਿਬ ਦਾ ਪਾਠ ਹੀ ਕੰਨਾਂ ਦੇ ਵਿੱਚ ਲਾ ਕੇ ਸੁਣ ਸਕਦਾ। ਬੰਦਾ ਤੁਰਿਆ ਜਾਂਦਾ ਸੁਖਮਨੀ ਸਾਹਿਬ ਦਾ ਪਾਠ ਸੁਣ ਸਕਦਾ। ਸਾਧ ਸੰਗਤ, ਇਸੇ ਕਰਕੇ ਅੱਜ ਨੌਜਵਾਨ ਪੀੜ੍ਹੀ, ਨਵੀਂ ਜਨਰੇਸ਼ਨ ਗੁਰੂ ਘਰਾਂ ਨਾਲੋਂ ਟੁੱਟਦੀ ਕਿਉਂ ਜਾ ਰਹੀ, ਉਹਦਾ ਕਾਰਨ ਹੈ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਘਰਾਂ ਦੇ ਅੰਦਰ ਬਜ਼ੁਰਗ ਹੁੰਦੇ ਸਨ ਤੇ ਪਰਿਵਾਰ ਦੇ ਵਿੱਚ ਮੇਲ ਜੋਲ ਹੁੰਦਾ ਸੀ, ਇਕੱਠ ਹੁੰਦਾ ਸੀ। ਅੱਜ ਤੇ ਇੱਕ ਇਕੱਠ ਨਹੀਂ ਰਹਿ ਗਿਆ। ਦੂਜਾ, ਅਸੀਂ ਬਜ਼ੁਰਗਾਂ ਨੂੰ ਪਸੰਦ ਨਹੀਂ ਕਰਦੇ। ਨਹੀਂ ਤੇ ਪੁਰਾਣੇ ਸਮਿਆਂ ਦੇ ਵਿੱਚ ਬੱਚੇ ਬਜ਼ੁਰਗਾਂ ਦੀਆਂ ਗੋਦੀਆਂ ਦੇ ਵਿੱਚ ਖੇਡਦੇ ਹੁੰਦੇ ਸਨ ਤੇ ਬਜ਼ੁਰਗਾਂ ਨੇ ਉਹਨਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਤੋਂ ਜਾਣੂ ਕਰਾਉਣਾ। ਬਹੁਤਾ ਨਹੀਂ ਤੇ ਅਨਪੜ੍ਹ ਸਾਡੀਆਂ ਮਾਈਆਂ ਛੋਟੇ ਛੋਟੇ ਪੋਤਰਿਆਂ ਨੂੰ, ਬੱਚਿਆਂ ਨੂੰ ਮੂਲ ਮੰਤਰ ਦਾ ਪਾਠ ਹੀ ਸਿਖਾ ਜਾਂਦੀਆਂ ਹੁੰਦੀਆਂ ਸੀ। ਲੁਧਿਆਣੇ ਦੇ ਵਿੱਚ ਇੱਕ ਸਹਿਜਧਾਰੀ ਮੈਨੂੰ ਵੀਰ ਮਿਲਿਆ ਸੀ, ਬਜ਼ੁਰਗ, ਰੇਲਵੇ ਤੋਂ ਰਿਟਾਇਰ ਸੀ। ਮੈਂ ਕਈ ਵਾਰੀ ਦੁਨਿਆਵੀ ਗੱਲ ਨਹੀਂ ਕਰਦਾ, ਪਰ ਉਦਾਹਰਨ ਦੇਣ ਵਾਸਤੇ ਵੀ ਸਾਨੂੰ ਕੁਛ ਨਾ ਕੁਛ ਮਿਲ ਜਾਏ। ਉਸ ਬਜ਼ੁਰਗ ਨੂੰ ਮੈਂ ਵੇਖਿਆ, ਰਿਟਾਇਰ ਹੋਇਆ ਤੇ ਹੈ ਹਿੰਦੂ ਪਰਿਵਾਰ ਦੇ ਵਿੱਚੋਂ ਸੀ, ਪਰ ਆਉਂਦਾ ਡੇਲੀ ਰੋਜ਼ਾਨਾ ਗੁਰਦੁਆਰੇ ਸੀ। ਉਹਨੇ ਜੇਬ ਦੇ ਵਿੱਚ ਟੌਫੀਆਂ ਪਾਈਆਂ ਹੋਣੀਆਂ ਤੇ ਉਹ ਇੱਕ ਇੱਕ ਟੌਫੀ ਬੱਚਿਆਂ ਨੂੰ ਵੰਡਣੀ। ਜਦੋਂ ਵੀ ਕੋਈ ਮਿਲਣਾ ਉਹਨੇ ਟੌਫੀ ਦਾ ਪ੍ਰਸ਼ਾਦ ਦੇਣਾ। ਤੇ ਸਾਧ ਸੰਗਤ, ਇੱਕ ਦਿਨ ਮੈਂ ਪੁੱਛਿਆ ਸੀ ਕਿ ਬਾਬਾ ਇਹ ਦੱਸ, ਤੂੰ ਸਿਰ ਤੋਂ ਮੋਨਾ ਕੇਸ ਨਹੀਂ ਰੱਖੇ, ਪਰ ਤੂੰ ਇੱਕ ਸ਼ਬਦ ਡੇਲੀ ਪੜ੍ਹਦਾ ਰਹਿਣਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਤੇ ਮੈਨੂੰ ਕਹਿਣ ਲੱਗਾ, ਬਾਬਾ ਜੀ ਇੱਕ ਗੱਲ ਦੱਸਾਂ, ਕਿਉਂਕਿ ਜ਼ਬਾਨ ਵੀ ਥਕਕਾਉਂਦੀ ਸੀ। 70-72 ਸਾਲ ਦੀ ਉਮਰ ਸੀ ਉਸ ਵੇਲੇ, ਅੱਜ ਤੋਂ 10-12 ਸਾਲ ਪੁਰਾਣੀ ਗੱਲ ਹੈ। ਕਹਿਣ ਲੱਗਾ, 7 ਸਾਲ ਦੀ ਉਮਰ ਦੇ ਵਿੱਚ ਮੇਰੀ ਮਾਂ ਨੇ ਇਹ ਸ਼ਬਦ ਮੈਨੂੰ ਸਿਖਾਇਆ ਸੀ। ਉਹ ਸ਼ਬਦ ਮੈਂ ਯਾਦ ਕੀਤਾ। ਮਾਂ ਗੁਰਦੁਆਰੇ ਲੈ ਕੇ ਜਾਂਦੀ ਸੀ ਉਂਗਲ ਪਕੜ ਕੇ, ਤੇ ਜਦੋਂ ਉਂਗਲ ਫੜ ਕੇ ਗੁਰਦੁਆਰੇ ਲੈ ਕੇ ਜਾਂਦੀ ਸੀ ਤੇ ਕਹਿੰਦੀ ਸੀ, ਪੁੱਤਰ ਮੈਂ ਭਾਵੇਂ ਦੁਨੀਆ ਤੋਂ ਚਲੀ ਜਾਵਾਂ, ਪਰ ਇੱਕ ਗੱਲ ਦਾ ਧਿਆਨ ਰੱਖੀਏ, ਡਰ ਨਾ ਛੱਡੀ। ਇਹ ਦਰ ਬੜਾ ਉੱਚਾ ਹੈ। ਬਾਬੇ ਨਾਨਕ ਦੇ ਘਰ ਤੋਂ ਕਦੇ ਬੇਮੁਖ ਨਾ ਹੋਈ। ਕਹਿਣ ਲੱਗਾ,
ਮਾਂ ਤੇ ਚਲੀ ਗਈ ਜਦੋਂ 7.5 ਸਾਲ ਦੀ ਉਮਰ ਸੀ, ਬਿਮਾਰੀ ਸੀ, ਕੋਈ ਬਿਮਾਰੀ ਦੇ ਕਾਰਨ ਮਰ ਗਈ। ਪਰ ਅੱਜ ਬਜ਼ੁਰਗ ਅਵਸਥਾ ਹੋ ਗਈ, ਨਾ ਤੇ ਉਹ ਸ਼ਬਦ ਭੁੱਲਾ ਤੇ ਨਾ ਅੱਜ ਗੁਰਦੁਆਰੇ ਦਾ ਰਾਹ ਭੁੱਲਾ, ਕਿਉਂਕਿ ਮਾਂ ਦੀ ਦੇਣ ਹੈ, ਦਾਦੀ ਦੀ ਦੇਣ ਹੈ। ਇਸ ਕਰਕੇ ਯਤਨ ਕਰਿਆ ਕਰੀਏ, ਬਜ਼ੁਰਗਾਂ ਦੇ ਕੋਲੋਂ ਬਹੁਤ ਕੁਝ ਮਿਲਦਾ ਹੈ, ਬਹੁਤ ਕੁਝ ਸਿੱਖਣ ਨੂੰ ਪ੍ਰਾਪਤ ਹੁੰਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਸਮਾਂ ਨਾ ਖਜਾਈ, ਭਾਵੇਂ ਤੂੰ ਰਾਹ ਦੇ ਵਿੱਚ ਚੱਲਦਾ ਹੋਵੇਂ, ਭਾਵੇਂ ਤੂੰ ਬੈਠਾ ਹੋਵੇਂ, ਖਲੋਤਾ ਹੋਵੇਂ, ਪਰ ਤੇਰੀ ਸੁਰਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਰਹਿਣੀ ਚਾਹੀਦੀ। ਭਗਤ ਨਾਮਦੇਵ ਸਾਹਿਬ ਜੀ ਉਹ ਭਗਤ ਤਰਲੋਚਨ ਜੀ ਦੇ ਸਮਕਾਲੀ ਸਨ। ਇੱਕ ਦਿਨ ਵਿਚਾਰ ਚਰਚਾ ਦੇ ਵਿੱਚ ਉਹਨਾਂ ਨੇ ਜਿਹੜੀ ਵਾਰਤਾਲਾਪ ਕੀਤੀ, ਵਿਦਵਾਨਾਂ ਨੇ ਉਸ ਵਾਰਤਾਲਾਪ ਨੂੰ ਵੀ ਇਤਿਹਾਸ ਦੇ ਅੰਦਰ ਬਿਆਨ ਕੀਤਾ ਤੇ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ। ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਹੁਣ ਇਹਦਾ ਕੀ ਕਾਰਨ ਹੈ? ਭਗਤ ਸਾਹਿਬਾਨ ਕਹਿੰਦੇ ਭਾਈ ਇੱਕ ਗੱਲ ਦਾ ਧਿਆਨ ਰੱਖ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਤਰਲੋਚਨ ਜੀ ਵੇਖੋ, ਜੇ ਬੰਦੇ ਨੇ ਪਰਮਾਤਮਾ ਦਾ ਨਾਮ ਜਪਣਾ ਹੋਵੇ ਨਾ, ਜੇ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੋਵੇ, ਨਾ ਰਹਿਣਾ ਹੋਵੇ ਤੇ 20 ਬਹਾਨੇ ਆ ਬੰਦੇ ਦੇ ਕੋਲ, ਜਿਹੜਾ ਮਰਜ਼ੀ ਬਹਾਨਾ ਲਾ ਦੇ। ਪਰ ਜੇ ਵਾਕਿਆ ਹੀ ਉਹਦੀ ਰਜ਼ਾ ਦੇ ਵਿੱਚ ਤੁਰਨਾ ਹੋਵੇ ਤੇ ਭਾਵੇਂ ਬੰਦਾ ਗੱਡੀ ਚਲਾ ਰਿਹਾ ਹੋਵੇ, ਮੈਂ ਕਈ ਇਹੋ ਜਿਹੇ ਡਰਾਈਵਰ ਵੇਖੇ। ਹੁਣ ਆਪਾਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਆ ਨਾ, ਤੇ ਕਈਆਂ ਨੇ ਕੰਨ ਪਾੜਨੇ, ਸਪੀਕਰ ਵੱਡੇ ਵੱਡੇ ਲਾਏ ਹੁੰਦੇ, ਲੱਚਰ ਗੀਤ ਚੱਲ ਰਹੇ ਹੁੰਦੇ ਬੱਸਾਂ ਦੇ ਵਿੱਚ, ਉੱਚੀ ਉੱਚੀ ਧੀਆਂ ਭੈਣਾਂ ਬੈਠੀਆਂ ਹੁੰਦੀਆਂ। ਪਰ ਸਾਧ ਸੰਗਤ ਇਹੋ ਜਿਹੇ ਤੁਹਾਨੂੰ ਡਰਾਈਵਰ ਵੀ ਮਿਲ ਜਾਣਗੇ ਜਿਨ੍ਹਾਂ ਨੇ ਕਥਾ ਦੀ ਕੈਸਟ ਲਾਈ ਹੁੰਦੀ, ਕੋਈ ਸੁਖਮਨੀ ਸਾਹਿਬ ਸੁਣ ਰਿਹਾ ਹੁੰਦਾ, ਕਈ ਵਾਰੀ ਕੀਰਤਨ ਚੱਲ ਰਿਹਾ ਹੁੰਦਾ ਬੱਸਾਂ ਦੇ ਵਿੱਚ, ਟਰੱਕਾਂ ਦੇ ਵਿੱਚ। ਇਸ ਕਰਕੇ ਜਿਹੜੇ ਬੰਦੇ ਨੂੰ ਸੋਝੀ ਆ ਗਈ ਨਾ ਕਿ ਆਪਾਂ ਕੰਮ ਤੇ ਕਰ ਹੀ ਰਹੇ ਹਾਂ, ਆਪਣੀ ਕਿਰਤ ਹੈ, ਬੰਦਾ ਗੱਡੀ ਚਲਾ ਰਿਹਾ ਪਰ ਗੱਡੀ ਚਲਾਉਂਦਿਆਂ ਹੋਇਆਂ ਵੀ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਹੈ। ਭਗਤ ਨਾਮਦੇਵ ਸਾਹਿਬ ਜੀ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ, ਕਦੇ ਆਪ ਜੀਆਂ ਨੇ ਪੜਿਆ ਹੋਵੇ ਤੇ ਅਨੇਕਾਂ ਵਾਰੀ ਸਰਵਣ ਵੀ ਕੀਤਾ ਹੋਵੇਗਾ। ਅਨੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤਵਾ ਚੀਤ ਸੋ ਦੂਰੀ ਰਾਖੀ ਅਲੇ, ਮਨ ਰਾਮ ਨਾਮਾ ਵੇਦੀ ਅਲੇ, ਜੈਸੇ ਕਨਕ ਕਲਾ ਚੇਤ ਮਾਂਡੀ ਅਲੇ। ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਵੇਖੋ, ਇਹ ਵੀ ਭਗਤ ਤਰਲੋਚਨ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਨੇ ਸ਼ਬਦ ਉਚਾਰਨ ਕੀਤਾ। ਕਹਿਣ ਲੱਗੇ ਵੇਖ, ਇਹ ਬੱਚੇ ਛੋਟੇ ਛੋਟੇ ਜਦੋਂ ਕਾਗਜ਼ ਦੀ ਗੁੱਡੀ ਕੱਟ ਕੇ ਤੇ ਆਕਾਸ਼ ਦੇ ਵਿੱਚ ਉਡਾਉਂਦੇ ਤੇ ਭਲਿਓ ਇੱਕ ਗੱਲ ਦਾ ਖਿਆਲ ਰੱਖੋ, ਭਾਵੇਂ ਅਸਮਾਨ ਦੇ ਵਿੱਚ ਗੁੱਡੀ ਉੜਦੀ ਹੋਵੇ ਪਰ ਉਹਨਾਂ ਬੱਚਿਆਂ ਦੀ ਸੁਰਤ ਡੋਰ ਦੇ ਵਿੱਚ ਜੁੜੀ ਰਹਿੰਦੀ ਆ। ਇਹ ਤਾਂ ਸੁਰਤ ਨੂੰ ਜੋੜ ਕੇ ਰੱਖ। ਕਦੇ ਸੁਨਿਆਰੇ ਦੀ ਦੁਕਾਨ ਤੇ ਜਾਈ, ਸੁਨਿਆਰਾ ਭਾਵੇਂ ਆਏ ਹੋਏ ਗਾਹਕਾਂ ਦੇ ਨਾਲ ਗੱਲਬਾਤ ਕਰਦਾ, ਉਹਨਾਂ ਨੂੰ ਡਿਜ਼ਾਈਨ ਦੇ ਬਾਰੇ ਦੱਸ ਰਿਹਾ, ਰੇਟ ਦੇ ਬਾਰੇ ਸਮਝਾ ਰਿਹਾ, ਪਰ ਉਹਦਾ ਧਿਆਨ ਜਿਹੜਾ ਕੋਠਾਲੀ ਦੇ ਵਿੱਚ ਪਿਆ ਹੋਇਆ ਸੋਨਾ ਉਹਦੇ ਵਿੱਚ ਸੁਰਤ ਹੈ, ਉਹਦਾ ਧਿਆਨ ਉਹਦੇ ਵਿੱਚ ਰਹਿੰਦਾ। ਤੀਜੀ ਉਦਾਹਰਨ ਦੇ ਕੇ ਭਗਤ ਨਾਮਦੇਵ ਸਾਹਿਬ ਕਹਿੰਦੇ, ਆ ਨੀਲੇ ਕੁੰਭ ਭਰਾਈਲੇ ਉਦਤ ਰਾਜ ਪਵਾਰ ਪਰੰਦੜੀਏ, ਹਸਤ ਵਿਰੋਧ ਵਿਚਾਰ ਕਰਦੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਕਹਿਣ ਲੱਗੇ ਵੇਖ ਭਲਿਆ, ਇਹ ਉਸ ਸਮੇਂ ਦੇ ਵਿੱਚ ਲੋਕ ਖੂਹਾਂ ਤੋਂ ਪਾਣੀ ਭਰ ਕੇ ਲਿਆਉਂਦੇ ਸਨ। ਉਸ ਸਮੇਂ ਅੱਜ ਭਾਵੇਂ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ, ਪਰ ਉਸ ਵੇਲੇ ਜਦੋਂ ਪਾਣੀ ਦੀ ਮੁਸ਼ਕਲ ਹੁੰਦੀ ਸੀ ਤੇ ਪਿੰਡਾਂ ਦੇ ਵਿੱਚ ਇੱਕ ਜੋ ਜਾਂ ਦੋ ਖੂਹ ਹੁੰਦੇ ਸੀ ਤੇ ਬੜੀ ਮੁਸ਼ਕਲ ਦੇ ਨਾਲ, ਅੱਜ ਵੀ ਰਾਜਸਥਾਨ ਦੇ ਇਲਾਕੇ 'ਚ ਚਲੇ ਜਾਓਗੇ ਤੇ ਲੋਕ ਨਦੀਆਂ ਤੋਂ ਪਾਣੀ ਭਰ ਕੇ ਲਿਆਉਂਦੇ। ਘਰਾਂ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਚਬੱਚੇ ਬਣਾਏ, ਉਹਨਾਂ ਉਸ ਪਾਣੀ ਨੂੰ ਇਕੱਠਾ ਕਰ ਲੈਂਦੇ ਤੇ ਉਸੇ ਪਾਣੀ ਦੀ ਵਰਤੋਂ ਕਰਦੇ।
ਜਾਂ ਕਈਆਂ ਇਲਾਕਿਆਂ 'ਚ ਅਜੇ ਵੀ ਬਾਰਿਸ਼ ਦੇ ਪਾਣੀ ਨੂੰ ਇਕੱਠਿਆਂ ਕੀਤਾ ਜਾਂਦਾ ਤੇ ਬੀਬੀਆਂ ਨੌਜਵਾਨ ਬੱਚੀਆਂ ਦੂਰੋਂ ਅੱਜ ਵੀ ਪਾਣੀ ਲੈ ਕੇ ਆਉਂਦੀਆਂ। ਕਈਆਂ ਇਲਾਕਿਆਂ ਦੇ ਵਿੱਚ ਇਦਾਂ ਦੀ ਮੁਸ਼ਕਲ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਸੀ। ਪਰ ਜਿਸ ਇਲਾਕੇ ਦੀ ਗੱਲ ਭਗਤ ਨਾਮਦੇਵ ਸਾਹਿਬ ਜੀ ਕਰ ਰਹੇ, ਉਹ ਕਹਿੰਦੇ ਵੇਖੋ ਨੌਜਵਾਨ ਬੱਚੀਆਂ ਘੜੇ ਪਾਣੀ ਦੇ ਲੈ ਕੇ ਆਉਂਦੀਆਂ, ਘਰ ਦੇ ਵਿੱਚ ਲੋੜ ਹੈ ਪਰ ਉਹ ਇੱਕ ਘੜਾ ਨਹੀਂ, ਕਈ ਵਾਰੀ 2-2 3-3 ਬਰਤਨ ਲੈ ਜਾਂਦੀਆਂ, ਮਿੱਟੀ ਦੇ ਭਾਂਡੇ ਘੜੇ। ਤੇ ਜਦੋਂ ਉਹ ਖੂਹੀ ਤੋਂ ਭਰ ਕੇ ਲੈ ਕੇ ਆਉਂਦੀਆਂ ਨਾ ਤੇ ਘੜੇ ਤੇ ਘੜਾ ਟਕਾ ਕੇ ਤੇ ਫਿਰ ਉਹ ਅਡੋਲ ਤੁਰੀਆਂ ਆਉਂਦੀਆਂ। ਉਦਾਹਰਨ ਦਿੱਤੀ ਭਗਤ ਜੀ ਨੇ, ਉਹ ਕਹਿੰਦੇ ਫਿਰ ਆਪਸ ਵਿੱਚ ਸੁਹੇਲੀਆਂ ਇੱਕ ਦੂਜੀ ਦੇ ਨਾਲ ਗੱਲਬਾਤ ਵੀ ਕਰਦੀਆਂ ਆਉਂਦੀਆਂ, ਕਿਉਂਕਿ ਭਾਵੇਂ ਉਹ ਹਾਸਾ ਮਜ਼ਾਕ ਕਰਦੀਆਂ, ਗੱਲਬਾਤ ਕਰਦੀਆਂ, ਬਾਤਚੀਤ ਕਰਦਿਆਂ ਹੋਇਆਂ ਵੀ ਉਹਨਾਂ ਦੀ ਸੁਰਤ ਉਸ ਘੜੇ ਦੇ ਵਿੱਚ ਕਿ ਡੋਲ ਨਾ ਜਾਏ। ਇੱਕ ਗੱਲ ਦਾ ਧਿਆਨ ਰੱਖੀਏ, ਜੇ ਸਾਡੀ ਸੁਰਤ ਨਾ ਟੁੱਟੇਗੀ ਤੇ ਕਦੇ ਬੰਦਾ ਗਲਤ ਕੰਮ ਨਹੀਂ ਕਰੇਗਾ, ਕਦੇ ਅਨਰਥ ਨਹੀਂ ਹੋਏਗਾ। ਮੰਨ ਲਓ ਬੰਦਾ ਦੁਕਾਨ ਤੇ ਬੈਠਾ, ਉਹਦੀ ਸੁਰਤ ਪਰਮਾਤਮਾ ਦੇ ਨਾਲ ਜੁੜੀ ਹੈ, ਉਹਨੂੰ ਪਤਾ ਵੀ ਮੈਂ ਆਪਣਾ ਹੱਕ ਲੈਣਾ, 5 ਦੀ ਚੀਜ਼ ਖਰੀਦੀ ਤੇ 6 ਦੀ ਵੇਚਣੀ ਜਾਂ 7 ਦੀ, ਪਰ ਕਦੇ ਧੱਕਾ ਨਹੀਂ ਕਰੇਗਾ। ਰੱਬ ਦੇ ਨਾਲ ਸੁਰਤ ਜੁੜੀ ਤੇ ਕਦੇ ਕਿਸੇ ਦਾ ਹੱਕ ਨਹੀਂ ਰੱਖੇਗਾ, ਘੱਟ ਨਹੀਂ ਬੋਲੇਗਾ। ਬੰਦਾ ਸਫ਼ਰ ਦੇ ਵਿੱਚ ਚੱਲ ਰਿਹਾ ਤੇ ਕਦੇ ਉਹਦੇ ਵੇਖਣ ਦੇ ਵਿੱਚ ਫਰਕ ਨਹੀਂ ਪਏਗਾ, ਸੁਣਨ ਦੇ ਵਿੱਚ ਫਰਕ ਨਹੀਂ ਪਏਗਾ, ਕਿਉਂਕਿ ਯਾਦ ਰੱਬ ਦੀ ਤੇ ਉਹ ਯਾਦ ਦੇ ਵਿੱਚ ਟਿਕਿਆ ਰਹੇਗਾ। ਤੇ ਜੇ ਪਰਮਾਤਮਾ ਦੀ ਯਾਦ ਵਿਸਰ ਜਾਏ ਤੇ ਫਿਰ ਭਾਵੇਂ ਬੰਦਾ ਗੁਰਦੁਆਰੇ ਬੈਠਾ ਹੋਵੇ, ਭਾਵੇਂ ਸਰੋਵਰ ਦੇ ਵਿੱਚ ਨਹਾਈ ਜਾਵੇ, ਕਿਉਂਕਿ ਜੇਬ ਕਤਰੇ ਵੀ ਤੇ ਇੱਥੇ ਹੀ ਆਉਂਦੇ ਹਨ। ਹੁਣ ਉਹਨਾਂ ਦੀ ਸੁਰਤ ਕਿਤੇ ਰੱਬ ਨਾਲ ਥੋੜੀ ਜੁੜੀ ਹੁੰਦੀ, ਉਹਨਾਂ ਦੀ ਸੁਰਤ ਤੇ ਕਿਸੇ ਦੀ ਗਠੜੀ ਤੇ ਹੁੰਦੀ ਆ ਵੀ ਇਹਦੇ 'ਚ ਹੈ ਕੀ, ਕੋਈ ਕੀਮਤੀ ਸਮਾਨ ਹੈ ਜਾਂ ਕਿਸੇ ਨੇ ਗਹਿਣਾ ਤਾਂ ਨਹੀਂ ਪਾਇਆ, ਕਿਸੇ ਦੇ ਪਰਸ ਦੇ ਵਿੱਚ ਕੀ ਹੋਵੇਗਾ, ਕਿਸੇ ਦਾ ਮੋਬਾਈਲ ਕੀ ਹੋਇਆ। ਵੱਡੇ ਵੱਡੇ ਗੁਰਧਾਮਾਂ ਤੋਂ ਚੋਰੀਆਂ ਹੁੰਦੀਆਂ, ਡੇਲੀ ਨਿਊਜ਼ ਦੇ ਉੱਤੇ ਆਪਾਂ ਸੁਣਦੇ ਹਾਂ, ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ। ਹੁਣ ਇਹਨਾਂ ਬੰਦਿਆਂ ਦੀ ਕਿਤੇ ਸੁਰਤ ਥੋੜੀ ਜੁੜੀ ਹੁੰਦੀ। ਹੁਣ ਬੰਦਾ ਗੁਰੂ ਘਰ ਦੇ ਵਿੱਚ ਵੀ ਬੈਠਾ ਹੋਵੇ, ਪਰ ਕਿਹੜੀ ਭਾਵਨਾ ਨਾਲ ਬੈਠਾ ਤੇ ਪਰਮਾਤਮਾ ਜਾਣੇ। ਜੇ ਸੁਰਤ ਜੁੜੀ ਹੈ ਤੇ ਗੁਰੂ ਦਾ ਅਦਬ ਵੀ ਕਰੇਗਾ ਤੇ ਭੈ ਵੀ ਮਨ ਦੇ ਵਿੱਚ ਰਹੇਗਾ। ਇਸ ਕਰਕੇ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਸੁਰਤ ਜੁੜੀ ਹੈ ਤੇ ਸੱਚ ਕਰਕੇ ਜਾਣਿਓ। ਅਡੋਲ ਘੜੇ ਲੈ ਕੇ ਨੌਜਵਾਨ ਬੱਚੀਆਂ ਤੁਰੀਆਂ ਜਾ ਰਹੀਆਂ, ਪਰ ਸੁਰਤ ਨਹੀਂ ਟੁੱਟਦੀ। ਉਹਨਾਂ ਨੂੰ ਪਤਾ ਵੀ ਜੇ ਕਿਤੇ ਇਹਨਾਂ ਘੜਿਆਂ ਦੇ ਵਿੱਚੋਂ ਸੁਰਤ ਟੁੱਟੀ, ਧਿਆਨ ਹਟਿਆ, ਬੇਧਿਆਨੇ ਹੋ ਗਏ ਤੇ ਘੜੇ ਡਿੱਗ ਪੈਣਗੇ ਤੇ ਟੁੱਟ ਜਾਣਗੇ। ਬੇਧਿਆਨਾ ਹੋਇਆ ਬੰਦਾ। ਇੱਕ ਮੈਂ ਹੋਰ ਬੇਨਤੀ ਕਰਾਂ, ਘਰ ਦੇ ਵਿੱਚ ਤੇ ਰਸੋਈ ਦਾ ਕੰਮ ਕਰ ਰਹੀ ਹੋਵੇ ਨਾ, ਸੁਆਣੀ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਕਰਦੀਆਂ, ਤਵੇ ਤੇ ਰੋਟੀ ਪਾਈ ਹੋਵੇ ਤੇ ਜੇ ਕਿਤੇ ਧਿਆਨ ਇੱਧਰ ਉੱਧਰ ਚਲਾ ਜਾਵੇ, ਪਈ ਤਵੇ ਤੇ ਰੋਟੀ ਸੜ ਜਾਂਦੀ, ਕਿਉਂਕਿ ਬੇਧਿਆਨਾ ਹੋ ਗਿਆ ਬੰਦਾ। ਬੇਧਿਆਨਾ ਹੋਇਆ, ਦੁੱਧ ਚੁੱਲ੍ਹੇ ਤੇ ਰੱਖਿਆ, ਉਬਲ ਕੇ ਚੁੱਲ੍ਹੇ ਦੇ ਵਿੱਚ ਜਾ ਪਏਗਾ। ਗੱਡੀ ਚਲਾਉਂਦਿਆਂ ਹੋਇਆ ਬੰਦਾ ਬੇਧਿਆਨਾ ਹੋਇਆ ਨਹੀਂ ਤੇ ਗੱਡੀ ਲੀਹ ਤੋਂ ਥੱਲੇ ਉਤਰੀ ਨਹੀਂ। ਇਸ ਕਰਕੇ ਗੁਰੂ ਪਾਤਸ਼ਾਹ ਨੇ ਆਖਿਆ ਸੁਰਤ ਦਾ ਧਿਆਨ ਰੱਖ, ਬੇਧਿਆਨਾ ਨਾ ਹੋਈ, ਸੁਰਤ ਤੇਰੀ ਪਰਮਾਤਮਾ ਦੇ ਵਿੱਚ ਟਿਕੀ ਰਹੇ ਤੇ ਸੱਚ ਕਰਕੇ ਜਾਣੀ ਕਿ ਜੀਵਨ ਸਫਲ ਹੈ। ਚੌਥੀ ਉਦਾਹਰਨ ਦੇ ਕੇ ਭਗਤ ਨਾਮਦੇਵ ਸਾਹਿਬ ਕਹਿਣ ਲੱਗੇ, ਇਹ ਮੰਦਰ 10 ਦਵਾਰ 10 ਜਾ ਕੇ ਗਊ ਚਰਾਵਣ ਛਾਡੀ ਹਲੇ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਇੱਕ ਗਊ ਹੈ, ਉਹ ਸੱਜਰ ਸੂਈ ਹੋਵੇ ਤੇ ਮਾਲਕ ਭਾਵੇਂ ਉਹਨੂੰ ਜਿੰਨੀ ਮਰਜ਼ੀ ਦੂਰੀ ਦੇ ਉੱਤੇ ਛੱਡ ਜਾਏ, ਭਾਵੇਂ 5 ਖੂਹਾਂ ਤੇ ਚੋਗਦੀ ਹੋਵੇ, ਪਰ ਇੱਕ ਗੱਲ ਦਾ ਧਿਆਨ ਰੱਖੀ, ਉਹਦੀ ਸੁਰਤ ਉਸ ਵਸ਼ੇ ਦੇ ਵਿੱਚ ਰਹੇਗੀ ਜਿਹੜਾ ਉਹਨੇ ਬੱਚਾ ਪਿੱਛੇ ਛੱਡਿਆ ਹੈ। ਤੇ ਅਖੀਰ ਦੇ ਉੱਤੇ ਕਹਿਣ ਲੱਗੇ, ਕਹਿ ਨਾਮਦੇਵ ਸੁਣੋ ਤਰਲੋਚਨ, ਬਾਲਕ ਪਾਲਨ ਪਾਉਂਦੀ ਅਲੇ, ਅੰਤਰ ਬਾਹਰ ਕਾਜ ਬਰੂਦੀ, ਚੀਤ ਸੋ ਬਾਰਕ ਰਾਖੀ ਅਲੇ।
ਕਹਿਣ ਲੱਗੇ ਇੱਕ ਮਾਂ ਆਪਣੇ ਬੱਚੇ ਨੂੰ ਪੰਘੂੜੇ ਦੇ ਵਿੱਚ ਵੀ ਪਾ ਦੇ ਨਾ, ਤੇ ਪੰਘੂੜੇ ਦੇ ਵਿੱਚ ਪਾ ਕੇ ਆਪ ਭਾਵੇਂ ਘਰ ਦੇ ਕੰਮ ਕਾਜ ਕਰਦੀ ਰਹੇ, ਪਰ ਉਹਦੀ ਸੁਰਤ ਆਪਣੇ ਬੱਚੇ ਦੇ ਵਿੱਚ ਹੁੰਦੀ ਕਿ ਕਿਤੇ ਜਾਗ ਨਾ ਜਾਏ, ਧਿਆਨ ਰੱਖੇਗੀ ਉਹ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਮਾਰਗ ਚਲਤ ਹਰੀ ਹਰ ਗਾਈਏ, ਭਾਵੇਂ ਤੂੰ ਭਲਿਆ ਉੱਠਦਾ ਉੱਠਿਆ ਹੋਵੇਂ, ਭਾਵੇਂ ਤੂੰ ਬੈਠਾ ਹੋਵੇਂ, ਭਾਵੇਂ ਤੂੰ ਰਸਤੇ ਦੇ ਵਿੱਚ ਚੱਲ ਰਿਹਾ ਹੋਵੇਂ, ਕਹਿਣ ਤੋਂ ਭਾਵ ਹਰ ਵਕਤ ਕਦੇ ਪਰਮਾਤਮਾ ਦੀ ਯਾਦ ਨਹੀਂ ਭੁੱਲਣੀ ਚਾਹੀਦੀ ਹੈ। ਸ਼ਰਵਨ ਸੁਣੀ ਜਾਏ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ। ਹਾਂ, ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਸੁਣਦੇ ਰਹਿਣਾ ਚਾਹੀਦਾ, ਰਸਨਾ ਦੇ ਨਾਲ ਜਪਦੇ ਰਹਿਣਾ ਚਾਹੀਦਾ, ਤੇ ਉਸ ਪਰਮਾਤਮਾ ਦੇ ਨਾਲ ਸੁਰਤ ਜੁੜੀ ਦਾ ਫਾਇਦਾ ਇਹ ਹੈ, ਲਾਭ ਇਹ ਹੈ ਕਿ ਤੇਰੇ ਮਾਨਸਿਕ ਰੋਗ ਸਾਰੇ ਜਿਹੜੇ ਮਨ ਦੇ ਉਹ ਖਤਮ ਹੋ ਜਾਣਗੇ, ਕਿਉਂਕਿ ਤੂੰ ਅਰੋਗ ਹੋ ਜਾਵੇਂਗਾ ਜੀ। ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ, ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ। ਹਾਂ, ਗੁਰੂ ਪਾਤਸ਼ਾਹ ਜੀ ਕਹਿੰਦੇ ਕਾਰਜ, ਕਾਰਜ ਦਾ ਅਰਥ ਹੈ ਕੰਮ ਕਾਜ ਕਰਦਿਆਂ ਹੋਇਆਂ, ਆਪਣੀ ਕਿਰਤ ਕਰਦਿਆਂ ਹੋਇਆਂ। ਜਦੋਂ ਤੂੰ ਕੰਮ ਕਾਜ ਕਰਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਫੇਰ ਤੂੰ ਬਾਟ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ, ਘਾਟ ਨੂੰ ਪਾਰ ਕਰਦਿਆਂ ਹੋਇਆਂ ਪਰਮਾਤਮਾ ਦਾ ਨਾਮ ਜਪਦਾ ਰਹੇਗਾ, ਉਹਦੀ ਯਾਦ ਦੇ ਵਿੱਚ ਜੁੜਿਆ ਰਹੇਗਾ। ਤੇ ਇੱਕ ਗੱਲ ਦਾ ਧਿਆਨ ਰੱਖੀ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਫਿਰ ਗੁਰੂ ਦੀ ਇੰਨੀ ਮਿਹਰ ਹੋ ਜਾਏਗੀ, ਬਖਸ਼ਿਸ਼ ਹੋ ਜਾਏਗੀ ਕਿ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਤੈਨੂੰ ਪ੍ਰਾਪਤ ਹੋ ਜਾਏਗਾ। ਨਾਮ ਜਲ ਪੀਂਦਾ ਰਹੇਗਾ, ਜਿਹਦੇ ਨਾਲ ਤੇਰੇ ਮਾਨਸਿਕ ਰੋਗਾਂ ਦਾ ਇਲਾਜ ਹੋਵੇਗਾ ਜੀ। ਦਿਨ ਸਰੈਣ ਹਰ ਕੀਰਤਨ ਗਾਈਐ, ਸੋ ਜਨ ਜਮ ਕੀ ਵਾਟ ਨ ਪਾਈਐ। ਹਾਂ, ਮਹਾਰਾਜ ਕਹਿਣ ਲੱਗੇ ਫੇਰ ਫਾਇਦਾ ਕੀ ਹੋਵੇਗਾ। ਹੁਣ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਲਾਭ ਕੀ ਹੁੰਦਾ। ਜਿਸ ਕੰਮ ਦਾ ਕੋਈ ਲਾਭ ਨਾ ਹੋਵੇ, ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਜਿਹੜਾ ਕੰਮ ਆਪਾਂ ਕਰ ਰਹੇ ਹਾਂ ਜੇ ਉਹਦਾ ਕੋਈ ਫਾਇਦਾ ਨਹੀਂ ਸਾਨੂੰ, ਤੇ ਕੰਮ ਕਰਨ ਦਾ ਫਿਰ ਕੀ ਫਾਇਦਾ ਹੋਇਆ, ਕਿਉਂਕਿ ਸਮਾਂ ਫਜ਼ੂਲ ਨਾ ਜਾਏ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਜੇ ਸਾਨੂੰ ਸਵਾਲ ਕੀਤਾ ਉਹਦਾ ਜਵਾਬ ਵੀ ਦਿੱਤਾ। ਆਖਿਆ ਯਾਦ ਰੱਖ, ਕੋਈ ਦੁਨੀਆ ਦੇ ਵਿੱਚ ਐਸਾ ਕਾਰਜ ਨਹੀਂ ਜਿਹੜਾ ਤੂੰ ਕਰੇ ਤੇ ਉਹਦਾ ਲਾਭ ਨਾ ਹੋਵੇ। ਹਰ ਬੰਦਾ ਘਾਟਾ ਤੇ ਵਾਧਾ ਸੋਚ ਕੇ ਫੇਰ ਚੱਲਦਾ ਹੈ। ਆਪਾਂ ਗੁਰੂ ਘਰ ਆਉਨੇ ਆ, ਇਹਦਾ ਫਾਇਦਾ ਕੀ ਹੋਵੇਗਾ, ਨਹੀਂ ਆਏ ਤੇ ਸਾਨੂੰ ਘਾਟਾ ਕੀ ਪਏਗਾ। ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਪਰਮਾਤਮਾ ਦਾ ਨਾਮ ਜਪੇਗਾ, ਕੰਨਾਂ ਦੇ ਨਾਲ ਸੁਣੇਗਾ, ਰਸਨਾ ਦੇ ਨਾਲ ਗਾਏਗਾ, ਤੇ ਇਹਦਾ ਲਾਭ ਇਹ ਹੋਵੇਗਾ, ਸੋ ਜਨ ਜਮ ਕੀ ਵਾਟ ਨਾ ਪਾਈਏ। ਤੂੰ ਜਮਾਂ ਦੇ ਵਸ ਨਹੀਂ ਪਏਗਾ, ਭਲੇ ਜਮਾਂ ਤੋਂ ਬਚ ਜਾਏਗਾ, ਭਾਵ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਏਗਾ, ਆਤਮਕ ਮੌਤੇ ਨਹੀਂ ਮਰੇਗਾ। ਇਸ ਗੱਲ ਦਾ ਧਿਆਨ ਰੱਖੀ। ਵੇਖੋ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ 3 ਮੌਤਾਂ ਦਾ ਜ਼ਿਕਰ ਕੀਤਾ ਹੈ। ਇੱਕ ਤੇ ਸਰੀਰਕ ਮੌਤ ਹਰ ਬੰਦੇ ਨੂੰ ਆਏ, ਤੇ ਸਰੀਰਕ ਮੌਤ ਦੀ ਬਹੁਤ ਘੱਟ ਗੱਲ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਜੋ ਪੈਦਾ ਹੋਇਆ ਉਹਨੇ ਖਤਮ ਹੋ ਹੀ ਜਾਣਾ ਇੱਕ ਦਿਨ। ਪਰ ਦੂਜੀ ਗੱਲ ਗੁਰੂ ਪਾਤਸ਼ਾਹ ਕਹਿੰਦੇ ਇੱਕ ਆਤਮਕ ਮੌਤ, ਜੇ ਕਿਤੇ ਬੰਦਾ ਆਤਮਕ ਮੌਤੇ ਮਰ ਜਾਏ ਨਾ, ਫਿਰ ਤੇ ਤੁਰੀ ਫਿਰਦੀ ਲਾਸ਼ ਹੈ। ਪਰਮਾਤਮਾ ਵਿਸਰ ਗਿਆ, ਬੰਦਾ ਖਾਂਦਾ ਪੀਂਦਾ ਪਹਿਨਦਾ ਚੱਲਦਾ ਫਿਰਦਾ ਰੱਬ ਤੋਂ ਟੁੱਟਾ ਹੋਇਆ ਸਾਖਤ, ਉਹਨੂੰ ਸਾਖਤ ਦਾ ਦਰਜਾ ਗੁਰੂ ਪਾਤਸ਼ਾਹ ਨੇ ਦਿੱਤਾ ਜਿਹੜਾ ਪਰਮਾਤਮਾ ਨਾਲੋਂ ਟੁੱਟ ਜਾਏ। ਤੇ ਜਦੋਂ ਸੋਹਿਲਾ ਸਾਹਿਬ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ ਰਾਤ ਨੂੰ ਸੌਣ ਲੱਗਿਆ, ਤੇ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ। ਸਾਹਿਬ ਕਹਿੰਦੇ ਸਾਖਤ
ਹਰ ਰਸ ਸਾਧ ਨ ਜਾਣਿਆ, ਤੇਨੇ ਅੰਤਰ ਹੂਮੈ ਕੰਡਾ ਹੀ। ਸਾਖਤ ਪਰਮਾਤਮਾ ਦੇ ਨਾਮ ਦੇ ਰਸ ਨੂੰ ਨਹੀਂ ਜਾਣਦਾ। ਉਹਦਾ ਕਾਰਨ ਕਿਉਂਕਿ ਇੱਕ ਔਗਣ ਜਿਹੜਾ ਹਉਮੈ ਦਾ ਕੰਡਾ ਨਾ ਉਹਦੇ ਅੰਦਰ, ਉਹ ਕੰਡਾ ਉਹਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦਾ। ਕਦੇ ਵੀ ਵੇਖਿਓ ਪੈਰ ਦੇ ਵਿੱਚ ਕੰਡਾ ਚੁੱਭ ਜਾਏ ਨਾ, ਤੇ ਭਾਵੇਂ ਰੇਸ਼ਮ ਦਾ ਜੋੜਾ ਪਾ ਕੇ ਬੰਦਾ ਚੱਲਣ ਦਾ ਯਤਨ ਕਰੇ, ਪਰ ਕੰਡਾ ਹਮੇਸ਼ਾ ਦੁਖਦਾਈ ਹੈ। ਜਿੰਨਾ ਚਿਰ ਉਸ ਕੰਡੇ ਨੂੰ ਬੰਦਾ ਬਾਹਰ ਨਹੀਂ ਕੱਢਦਾ, ਪੈਰ ਜ਼ਮੀਨ ਤੇ ਨਹੀਂ ਲੱਗਦਾ, ਜ਼ਮੀਨ ਤੇ ਪੈਰ ਨਹੀਂ ਟਿਕਾ ਸਕਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਆਖਿਆ, ਇਹ ਔਗਣ ਇੱਕ ਕੰਡੇ ਦੀ ਤਰ੍ਹਾਂ ਹੀ ਭਰਿਆ, ਤੇ ਜਿਸ ਬੰਦੇ ਦੇ ਅੰਦਰ ਐਸਾ ਔਗਣ, ਉਹ ਆਤਮਕ ਮੌਤ ਤੇ ਮਰ ਜਾਏਗਾ। ਤੇ ਆਤਮਕ ਮੌਤ ਸਰੀਰਕ ਮੌਤ ਨਾਲੋਂ ਜ਼ਿਆਦਾ ਖਤਰਨਾਕ ਹੈ। ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਖਿਆਲ ਦਿੱਤਾ। ਸਾਹਿਬ ਕਹਿੰਦੇ, ਆਤ ਸੁੰਦਰ ਕੋਲੀਨ ਚਤਰ, ਮੋਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਇਸ ਗੱਲ ਦਾ ਧਿਆਨ ਰੱਖਣਾ। ਆਪਾਂ ਕਈ ਵਾਰੀ ਬੰਦਾ ਮਰ ਜਾਏਗਾ ਤੇ ਡੈਡ ਬੋਡੀ ਜਾਂਦੀ ਹੋਵੇ, ਆਪਾਂ ਆਖਾਂਗੇ ਭਈ ਇਹ ਬੰਦਾ ਮਰ ਚੁੱਕਾ ਹੈ, ਡੈਡ ਬੋਡੀ ਹੈ, ਇਸ ਬੰਦੇ ਦੇ ਅੰਦਰ ਪ੍ਰਾਣ ਨਹੀਂ, ਬੰਦਾ ਖਤਮ ਹੋ ਚੁੱਕਾ। ਪਰ ਗੁਰੂ ਪਾਤਸ਼ਾਹ ਕਹਿੰਦੇ, ਭਲਿਆ ਇੱਕ ਉਹ ਵੀ ਇਨਸਾਨ ਮੈਂ ਤੈਨੂੰ ਦਿਖਾਵਾਂਗਾ, ਜਿਹੜਾ ਖਾਂਦਾ ਹੋਵੇਗਾ, ਪੀਂਦਾ ਹੋਵੇਗਾ, ਪਹਿਨਦਾ ਹੋਵੇਗਾ, ਚੱਲਦਾ ਫਿਰਦਾ, ਗੱਲਾਂ ਬਾਤਾਂ ਕਰਦਾ ਹੋਇਆ ਵੀ ਮੁਰਦਾ ਹੈ। ਮਹਾਰਾਜ ਨੇ ਮੁਰਦਾ ਕਿਹਨੂੰ ਆਖਿਆ? ਸਾਹਿਬ ਕਹਿੰਦੇ, ਆਤ ਸੁੰਦਰ। ਸੁੰਦਰ ਦਾ ਭਾਵ ਸੁਹੱਪਣ। ਜੇ ਕਿਸੇ ਨੂੰ ਪਰਮਾਤਮਾ ਆਤ ਦਾ ਸੁਹੱਪਣ ਦੇ ਦੇ, ਸੁੰਦਰਤਾ ਦੇ ਦੇ, ਮਹਾਰਾਜ ਕਹਿੰਦੇ ਬਹੁਤ ਵੱਡੀ ਦਾਤ ਹੈ ਪਰਮਾਤਮਾ ਦੀ। ਦੂਜੀ ਗੱਲ, ਕੋਲੀਨ, ਉੱਚੀ ਕੋਲ ਦੇ ਵਿੱਚ ਪੈਦਾ ਹੋ ਜਾਏ। ਇੱਕ ਤੇ ਸੁਹੱਪਣ ਹੋਵੇ, ਇੱਕ ਉੱਚੀ ਕੋਲ ਹੋਵੇ। ਤੀਜੀ ਗੱਲ ਆਖਿਆ, ਚਤਰ ਹੋਵੇ, ਸਿਆਣਾ ਹੋਵੇ। ਸਾਰੀਆਂ ਗੱਲਾਂ ਤੇ ਹੁੰਦੀਆਂ ਨਹੀਂ ਬੰਦੇ ਦੇ ਅੰਦਰ, ਪਰ ਜੇ ਕਿਤੇ ਇਹ ਵਾਪਰ ਜਾਏ, ਆਤ ਸੁੰਦਰ, ਸੁਹੱਪਣ ਹੋਵੇ, ਕੁਲੀਨ, ਉੱਚੀ ਕੋਲ ਹੋਵੇ, ਰੱਜ ਕੇ ਬੰਦਾ ਸਿਆਣਾ ਚਤਰ ਹੋਵੇ, ਮੋਖ ਗਿਆਨੀ, ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਬੜੀਆਂ ਕਰੀ ਜਾਏ। ਤੇ ਫਿਰ ਅਖੀਰਲੀ ਗੱਲ, ਧਨਵੰਤ। ਧਨੀ ਵੀ ਬਹੁਤ ਹੋਵੇ, ਸਿਰੇ ਦਾ ਮਾਇਆਧਾਰੀ ਹੋਵੇ, ਪੈਸਾ ਬਹੁਤ ਹੋਵੇ, ਧਨ ਦੌਲਤ ਹੋਵੇ, ਤੇ ਮਹਾਰਾਜ ਕਹਿੰਦੇ ਫੇਰ ਕੀ ਹੋਵੇਗਾ? ਮਿਰਤਕ ਕਹੀਏ ਨਾਨਕਾ, ਮੁਰਦਾ ਹੈ। ਜੇ ਪ੍ਰੀਤ ਨਹੀਂ ਭਗਵੰਤ, ਜੇ ਪਰਮਾਤਮਾ ਦੇ ਨਾਲ ਸੁਰਤ ਨਹੀਂ ਜੁੜੀ, ਪ੍ਰੀਤ ਨਹੀਂ ਬਣੀ, ਤੇ ਸੱਚ ਕਰਕੇ ਜਾਣਿਓ ਮੁਰਦਾ ਹੈ। ਤੇ ਭਾਈ ਗੁਰਦਾਸ ਜੀ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਉਹ ਕਹਿੰਦੇ, ਵੇਖੀ ਭਲਿਆ, ਜਿਹੜੀ ਗੁਰੂ ਦੀ ਸੰਗਤ ਆ ਨਾ, ਗੁਰੂ ਦੀ ਪ੍ਰੀਤ ਬੜੀ ਬਾਕਮਾਲ ਦੀ ਹੈ। ਉਹਨਾਂ ਨੇ 4-5 ਉਦਾਹਰਨਾਂ ਦਿੱਤੀਆਂ। ਕਿਉਂਕਿ ਸਮਾਂ 5 ਮਿੰਟ ਦਾ, ਮੈਂ ਕਵਿਤ ਤੁਹਾਡੇ ਨਾਲ ਪੜ੍ਹ ਜਾਣਾ, ਤੇ ਜਦੋਂ ਵੀ ਸਮਾਂ ਮਿਲੇ ਉਹਦੇ ਅਰਥ ਵੇਖ ਲਿਓ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਕਿਰਤਾਸ ਗਰ ਜਾਤ ਜਨ ਬੂੰਦ ਪਰੀ, ਕਿਰਤ ਸਨ ਬੰਧ ਜਨ ਮਧ ਸਾਵਧਾਨ ਹੈ। ਜੈਸੇ ਕੋਟ ਭਾਰ ਤੂਲ ਤਨਕ ਚਿੰਨਕ ਜਰੇ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। ਜੈਸੇ ਉਹ ਕਹਿਣ ਲੱਗੇ, ਜੈਸੇ ਲੂ ਕੂੜ ਜਾਤ ਸਲਲ ਮੈਂ ਡਾਰਤ ਹੀ, ਕਹਿਣ ਲੱਗੇ ਵੇਖ ਭਲਿਆ, ਜਿਵੇਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਨਾ, ਜਿਵੇਂ ਲੱਕੜ ਦੇ ਨਾਲ ਇੱਕ ਲੋਹੇ ਦੀ ਟੁਕੜੀ ਲੱਗ ਜਾਏ ਤੇ ਡੁੱਬਦੀ ਨਹੀਂ, ਤਰ ਜਾਏਗੀ। ਜਿਵੇਂ ਕਾਗਜ਼ ਥੋੜੀਆਂ ਜੀਆਂ ਕਣੀਆਂ ਪੈ ਜਾਣ ਤੇ ਉਹ ਗਲ ਜਾਏਗਾ, ਪਰ ਜੇ ਕਿਤੇ ਘੇ ਦਾ ਸੰਗ ਮਿਲ ਜਾਏ, ਥੰਧਿਆਈ ਮਿਲ ਜਾਏ, ਤੇ ਕਦੇ ਉਹ ਡੁੱਬਦਾ ਨਹੀਂ, ਕਦੇ ਗਲਦਾ ਨਹੀਂ, ਕਿਉਂਕਿ ਕਾਫੀ ਸਮਾਂ ਕੱਢ ਜਾਏਗਾ, ਹਾਰਡ ਹੋ ਜਾਏਗਾ। ਉਹਨਾਂ ਆਖਿਆ, ਜੇ ਕਿਤੇ ਰੂੰ ਦੀ ਪੰਡ ਪਈ ਹੋਵੇ ਨਾ, ਤੇ ਭਾਵੇਂ ਅਨੇਕਾਂ ਗਠੜੀਆਂ ਰੱਖ ਦਿਓ, ਉਹਨਾਂ ਦੇ ਵਿੱਚ ਇੱਕ ਚਿਣਕ ਛੋਟੀ ਜੀ ਅੱਗ ਦੀ ਰੱਖ ਦਿਓ, ਤੇ ਇੱਕ ਚਿਣਕ ਜਿਹੜੀ ਨਾ
ਉਹ ਇੱਕ ਚੰਗਿਆੜੀ ਉਹ ਸਾਰੇ ਰੂੰ ਦੀਆਂ ਪੰਡਾਂ ਨੂੰ ਰਾਖ ਬਣਾ ਕੇ ਰੱਖ ਦੇਗੀ। ਪਰ ਜੇ ਥੋੜਾ ਜਿਹਾ ਰੂੰ ਲੈ ਕੇ ਕਿਤੇ ਦੀਵੇ ਦੇ ਵਿੱਚ ਵਟੀ ਬਣਾ ਕੇ ਪਾ ਦਿੱਤਾ ਜਾਏ ਤੇ ਸਾਰੀ ਰਾਤ ਜਗਦਾ ਰਹੇਗਾ ਪਰ ਰੂਹ ਨਹੀਂ ਸੜੇਗਾ। ਗੁਰੂ ਦੀ ਸੰਗਤ ਜਿਹੜੀ ਉਹ ਐਸੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਹੀ ਲੋਹੇ ਦਾ ਟੁਕੜਾ ਡੁੱਬ ਜਾਂਦਾ ਪਾਣੀ ਦੇ ਵਿੱਚ, ਕਦੇ ਲੋਹਾ ਨਹੀਂ ਤਰਦਾ, ਪਰ ਜੇ ਲੱਕੜ ਦਾ ਸੰਗ ਹੋ ਜਾਏ ਤੇ ਤਰ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਸੁਰਤ ਪਰਮਾਤਮਾ ਦੇ ਨਾਲ ਜੁੜ ਜਾਏ ਉਸ ਸੁਰਤ ਜੁੜੀ ਦਾ ਨਤੀਜਾ ਮਨੁੱਖ ਆਤਮਕ ਮੌਤ ਤੋਂ ਬਚ ਜਾਂਦਾ ਹੈ। ਸੋ ਜਨ ਜਮ ਕੀ ਵਾਟ ਨਾ ਪਾਈਏ, ਜਮਾਂ ਦੇ ਵਸ ਨਹੀਂ ਪੈਂਦਾ ਹੈ। ਆਠ ਪਹਿਰ ਜਿਸ ਵਿਸਰੈ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਹਾਂ, ਮਹਾਰਾਜ ਕਹਿੰਦੇ ਆਠ ਪਹਿਰ ਜਿਸ ਵਿਸਰੇ ਨਾਹੀ। ਵੇਖੋ ਅੱਠਾਂ ਪਹਿਰਾਂ ਦੀ ਗੱਲ ਕੀਤੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਬੰਦਿਆ ਗੁਰੂ ਨੇ ਤੇ ਅੱਠ ਪਹਿਰਾਂ ਦੀ ਗੱਲ ਕੀਤੀ, ਤੂੰ ਅੱਠਾਂ ਪਹਿਰਾਂ ਦੇ ਵਿੱਚੋਂ ਇੱਕ ਪਹਿਰ ਦੀ ਸੰਭਾਲ ਕਰ ਲਿਆ ਕਰ, ਇੰਨਾ ਹੀ ਬਹੁਤ ਹੈ। ਬਾਬਾ ਫਰੀਦ ਸਾਹਿਬ ਤੇ ਕਹਿੰਦੇ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਪ ਕਿਹੜੇ ਕੰਮ। ਬਾਬਾ ਕਬੀਰ ਸਾਹਿਬ ਤੇ ਕਹਿੰਦੇ ਏਕ ਘੜੀ ਆਦੀ ਹੂੰ ਪੁਨ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੂ ਸੋ ਲਾ। ਅੱਠ ਪਹਿਰ ਸਮਾਂ ਹੈ, ਚਾਰ ਪਹਿਰ ਦਿਨ ਤੇ ਚਾਰ ਪਹਿਰ ਰਾਤ, ਤੇ ਜੇ ਇਹ ਸੰਭਾਲ ਲਏ ਤੇ ਸਾਹਿਬ ਕਹਿੰਦੇ ਆਠ ਪਹਿਰ ਜਿਸ ਵਿਸਰੇ ਨਹੀਂ। ਵਿਸਰ ਗਿਆ ਤੇ ਫਿਰ ਕੀ ਹੋਵੇਗਾ? ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਾਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਬੁਹਾਰੀ। ਗੁਣ ਨਿਧਾਨ ਗੁਣ ਤੇ ਨਹੀਂ ਗਾਈ ਜਾਂ ਕੋ, ਕਿਰਪਾ ਧਾਰੀ ਸੋ ਸੁਖੀਆ, ਧਾਨੇ ਉਸ ਜਨਮਾ ਨਾਨਕ ਤਿਸ ਬਲਿਹਾਰੀ। ਇੱਕ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛਟਕਾਰਾ। ਭਜਨ ਤੋਂ ਬਿਨਾ ਛੁੱਟ ਨਹੀਂ ਸਕਦਾ ਤੂੰ ਜਿੰਨਾ ਚਿਰ ਪਰਮਾਤਮਾ ਦੀ ਯਾਦ ਦੇ ਵਿੱਚ ਨਹੀਂ ਟਿਕੇਗਾ। ਤੇ ਮਹਾਰਾਜ ਕਹਿੰਦੇ ਆਠ ਪਹਿਰ ਜਿਸ ਵਿਸਰੇ ਨਹੀਂ, ਜਿਹਨੂੰ ਅੱਠਾਂ ਪਹਿਰਾਂ ਦੇ ਵਿੱਚ ਪਰਮਾਤਮਾ ਨਹੀਂ ਵਿਸਰਦਾ, ਪਰ ਭਾਵ ਹਰ ਵਕਤ ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ। ਗਾਤ ਹੋਵੇ ਨਾਨਕ ਤਿਸ ਲਗ ਪਾਈ। ਮਹਾਰਾਜ ਕਹਿੰਦੇ ਉਸ ਮਨੁੱਖ ਦੀ ਹੈ ਨਾਨਕ ਮੁਕਤੀ ਹੋ ਜਾਏਗੀ, ਭਾਵ ਵਿਕਾਰਾਂ ਤੋਂ ਮੁਕਤ ਹੋ ਜਾਏਗਾ। ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰੀ ਬੰਧਨਾਂ ਤੋਂ ਛੁੱਟ ਜਾਏਗਾ। ਆਓ ਗੁਰੂ ਕਿਰਪਾ ਕਰੇ, ਅਸੀਂ ਸਾਰੇ ਮੁਕਤ ਹੋਣ ਵਾਸਤੇ ਆਏ ਹਾਂ। ਗੁਰੂ ਕਿਰਪਾ ਕਰੇ ਸਾਨੂੰ ਵਿਕਾਰਾਂ ਤੋਂ ਮੁਕਤ ਕਰੇ। ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਔਗਣਾਂ ਨੂੰ ਛੱਡ ਸਕੀਏ, ਗੁਣਾਂ ਦੇ ਧਾਰਨੀ ਬਣ ਸਕੀਏ। ਸਾਂਝ ਕਰੀ ਜੇ ਗੁਣਾ ਤੇਰੀ ਛੋੜ ਔਗਣ ਚਲੀਏ। ਆਓ ਸਮੇਂ ਦੀ ਸਮਾਪਤੀ ਹੈ। ਅਖੀਰਲੀਆਂ ਦੋ ਪੰਕਤੀਆਂ ਜੋ ਗੁਰੂ ਘਰ ਦੀ ਮਰਜ਼ਾਦਾ ਉਹ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਜੀ। ਆਠ ਪਹਿਰ ਜਿਸ ਵਿਸਰੈ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ